Yes, please. Yes, please. गुड मॉर्निंग जी साਰਿਆਂ ਨੂੰ। ਅੱਜ ਕਲਾਸ ਕਾਫੀ ਗੈਪ ਕੇ ਬਾਅਦ ਲੱਗ ਰਹੀ ਹੈ। देयर वाज सम प्रॉब्लम ਫਰਾਈਡੇ ਤੋਂ ਸੰਡੇ ਤੱਕ ਮੈਂ ਬਿਜੀ ਰਿਹਾ ਕਿਸੇ ਹਸਪੀਟਲ ਦੇ ਵਿੱਚ। ਕੋਈ ਰਿਲੇਟਿਵ ਬਿਮਾਰ ਸੀਗਾ, ਇਸ ਕਰਕੇ ਕਲਾਸ ਆਪਣੀ ਕਾਫੀ ਡਿਸਕੰਟੀਨਿਊ ਹੋ ਗਈ। ਤੇ ਅੱਜ ਅਸੀਂ ਆਪਣਾ ਸਿਲੇਬਸ ਤਾਂ ਪਹਿਲਾਂ ਹੀ ਸਾਰਾ ਖਤਮ ਹੋ ਚੁੱਕਿਆ ਹੈ। ਮੇਰੀ ਆਵਾਜ਼ ਆ ਰਹੀ ਹੈ ਜੀ? ਓਕੇ ਓਕੇ। ਅੱਜ ਅਸੀਂ ਡਿਸਕਸ ਕਰਾਂਗੇ ਹੁਣ, ਅੱਜ ਤੋਂ ਔਨਵਰਡ ਅਸੀਂ ਡਿਸਕਸ ਕਰਾਂਗੇ ਕੁਐਸਚਨ ਪੇਪਰਸ, ਹਾਊ ਟੂ ਡੀਲ ਵਿਦ ਦਾ ਕੁਐਸਚਨ ਪੇਪਰਸ। ਜੇ ਸਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਪੇਪਰ ਆਉਂਦਾ ਤਾਂ ਅਸੀਂ ਕਿਵੇਂ ਅਸੀਂ ਉਹਦਾ ਜਿਹੜਾ ਹੈਗਾ ਜਿਹੜਾ ਆਨਸਰ ਹੈ ਕਿਹੜੀ ਬੁੱਕ ਦੇ ਨਾਲ ਸੰਬੰਧਿਤ ਹੈਗਾ, ਕਿਵੇਂ ਲੱਭਣਾ ਹੈਗਾ। ਠੀਕ ਹੈ ਜੀ। ਅੱਜ ਅਸੀਂ ਪੇਪਰ 1 ਦੇ ਰਿਗਾਰਡਿੰਗ ਸਟੱਡੀ ਕਰਾਂਗੇ। ਪੇਪਰ 1 ਦੇ ਕੁਝ ਕੁਐਸਚਨ ਪੇਪਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਤੇ ਤੁਸੀਂ ਨਾਲ ਸਾਰਿਆਂ ਨੇ ਆਪਦੀਆਂ ਬੁੱਕਸ ਖੋਲੋ। ਪੰਜਾਬ ਲੈਂਡ ਰੈਵਨਿਊ ਐਕਟ, ਲੈਂਡ ਰਿਕਾਰਡ ਮੈਨੂਅਲ ਤੇ ਸਟੈਂਡਿੰਗ ਆਰਡਰਸ ਇਹ ਆਪਣੇ ਪਾਸ ਰੱਖ ਲਓ ਜੀ। ਇਹਦੇ ਇੰਡੈਕਸ ਖੋਲੋ, ਲੈਂਡ ਰੈਵਨਿਊ ਐਕਟ ਦਾ ਇੰਡੈਕਸ ਖੋਲੋ ਤੇ ਲੈਂਡ ਰਿਕਾਰਡ ਮੈਨੂਅਲ ਦਾ ਇੰਡੈਕਸ ਖੋਲੋ ਤੇ ਦੈਨ ਨਾਲ ਦੀ ਨਾਲ ਇਹਦੇ ਤੁਸੀਂ ਹੈਗਾ ਸਟੈਂਡਿੰਗ ਆਰਡਰਸ ਆਪਣੇ ਨੇੜੇ ਰੱਖ ਲਓ। ਠੀਕ ਹੈ ਜੀ। ਮੈਂ ਕੁਐਸਚਨ ਬੋਲਾਂਗਾ ਤੇ ਨਾਲ ਤੁਸੀਂ ਜਿਹੜਾ ਇਹਦਾ ਆਨਸਰ ਦੇਖਣਾ ਵੀ ਕਿਹੜੀ ਬੁੱਕ ਨਾਲ ਸੰਬੰਧਿਤ ਹੈਗਾ ਤੇ ਨਾਲ ਹੀ ਤੁਸੀਂ ਜਵਾਬ ਦੇਣਾ ਹੈਗਾ। ਤੇ ਆਪਾਂ ਜਿਹਨੂੰ ਵੀ ਪਤਾ ਹੁੰਦਾ ਉਹ ਦੱਸੇਗਾ ਤੇ ਸਾਰੇ ਨਾਲ ਨੋਟ ਕਰ ਲੈਣਗੇ। ਇਹ ਹੈਗਾ ਕੁਐਸਚਨ ਪੇਪਰ ਹੈਗਾ 2017 ਦਾ ਜੀ। 3 ਘੰਟਿਆਂ ਦਾ ਪੇਪਰ ਹੁੰਦਾ ਤੁਹਾਡਾ, 100 ਨੰਬਰ ਦਾ ਹੁੰਦਾ। ਠੀਕ ਹੈ। ਆਲ ਦਾ ਕੁਐਸਚਨਸ ਆਰ ਕੰਪਲਸਰੀ, ਕੋਰਟ ਰੈਲੀਵੈਂਟ ਪ੍ਰੋਵੀਜ਼ਨਸ ਆਫ ਲਾਅ। ਇਹ 'ਚ ਲਿਖਿਆ ਹੋਏਗਾ ਤੁਹਾਡੇ ਕੋਰਟ ਰੈਲੀਵੈਂਟ ਪ੍ਰੋਵੀਜ਼ਨਸ ਆਫ ਲਾਅ, ਰੂਲਸ, ਮੈਨੂਅਲ, ਸਟੈਂਡਿੰਗ ਆਰਡਰਸ ਇਨ ਸਪੋਰਟ ਆਫ ਯਰ ਆਨਸਰ। ਤੁਸੀਂ ਆਪਣਾ ਲਾਅ ਦੱਸਣਾ ਹੈ, ਕਿਹੜੇ ਲਾਅ ਦੇ ਨਾਲ ਸੰਬੰਧਿਤ ਹੈ। ਪਹਿਲਾਂ ਬੁੱਕ ਦਾ ਨਾਮ ਦੱਸਣਾ ਹੈ, ਰੂਲ ਦੱਸਣੇ ਨੇ, ਮੈਨੂਅਲ ਦੱਸਣਾ ਹੈ, ਮੈਨੂਅਲ ਦੇ ਵਿੱਚ ਹੈ, ਐਕਟ ਦੇ ਵਿੱਚ ਹੈ, ਰੂਲਾਂ ਵਿੱਚ ਹੈ। ਦੇਖੋ 3 ਤਰ੍ਹਾਂ ਦੇ ਪੁਆਇੰਟ ਹੈ ਤੁਹਾਡੇ ਕੋਲ ਇਹਦੇ ਵਿੱਚ। ਇਹ ਕੁਐਸਚਨ ਪੇਪਰ 1 ਇਜ਼ ਰੈਲੀਵੈਂਟ ਵਿਦ ਲੈਂਡ ਰੈਵਨਿਊ ਐਕਟ। ਉੱਥੇ ਹੈਗਾ ਸਾਡੇ ਕੋਲ ਸੈਕਸ਼ਨਸ, ਤੁਸੀਂ ਸੈਕਸ਼ਨ ਦੱਸਣੇ ਨੇ। ਠੀਕ ਹੈ। ਫਿਰ ਲੈਂਡ ਰੈਵਨਿਊ ਐਕਟ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਲੈਂਡ ਰੈਵਨਿਊ ਰੂਲਸ। ਜੇ ਸਾਡਾ ਕੁਐਸਚਨ ਹੈਗਾ ਰੂਲ ਦੇ ਬੇਸਡ ਹੈਗਾ ਤਾਂ ਅਸੀਂ ਰੂਲਾਂ ਦਾ ਵੇਰਵਾ ਦੇਣਾ ਹੈ। ਜੇ ਸਾਡਾ ਜਿਹੜਾ ਕੁਐਸਚਨ ਹੈ ਲੈਂਡ ਰੈਵਨਿਊ ਐਕਟ ਦੇ ਲੈਂਡ ਰਿਕਾਰਡ ਮੈਨੂਅਲ ਦੇ ਨਾਲ ਸੰਬੰਧਿਤ ਹੈ ਤਾਂ ਅਸੀਂ ਮੈਨੂਅਲ ਦਾ ਵੇਰਵਾ ਦੇਣਾ ਹੈ, ਮੈਨੂਅਲ ਦੇ ਪਹਿਰਿਆਂ ਦਾ ਵੇਰਵਾ ਦੇਣਾ ਹੈ। ਅਗਰ ਸਾਡਾ ਜਿਹੜਾ ਕੁਐਸਚਨ ਹੈਗਾ ਸਟੈਂਡਿੰਗ ਆਰਡਰ ਦੇ ਨਾਲ ਸੰਬੰਧਿਤ ਹੈਗਾ ਤਾਂ ਅਸੀਂ ਸਟੈਂਡਿੰਗ ਆਰਡਰ ਨੰਬਰ ਦੇਣਾ ਤੇ ਉਹਦੇ ਫਿਰ ਫਰਦਰ ਜਿਹੜੇ ਰੂਲ ਕਿੰਨੇ ਨੰਬਰ ਰੂਲ ਤੇ ਹੈਗਾ ਉਹ ਦੇਣੇ ਹੈਗਾ। ਜਿਵੇਂ ਕਿ ਸਾਡੇ ਕੋਲ 4 ਤਰ੍ਹਾਂ ਦੇ ਲਾਅ ਹੈਗੇ ਇੱਥੇ ਇਸ ਪੇਪਰ ਦੇ ਨਾਲ ਸੰਬੰਧਿਤ ਵਿੱਚ। ਠੀਕ ਹੈ। ਪਹਿਲਾ ਕੁਐਸਚਨ ਅਸੀਂ ਡਿਸਕਸ ਕਰਦੇ ਹਾਂ। ਕੁਐਸਚਨ ਨੰਬਰ 2, ਪਹਿਲਾ ਕੁਐਸਚਨ ਮੈਂ ਛੱਡ ਰਿਹਾ ਫਿਲਹਾਲ। ਕੁਐਸਚਨ ਨੰਬਰ 2 ਤੋਂ ਡੀਲ ਕਰਦੇ ਹਾਂ। ਵਾਟ ਡੂ ਯੂ ਅੰਡਰਸਟੈਂਡ ਬਾਈ ਦਾ ਮੋਟੇਸ਼ਨ। ਮੋਟੇਸ਼ਨ ਇੰਤਕਾਲ ਤੋਂ ਤੁਸੀਂ ਕੀ ਸਮਝਦੇ ਹੋ? ਦੱਸੋ ਜੀ। ਕਿੱਥੋਂ ਪੜਾਂਗੇ ਆਪਾਂ, ਕਿੱਥੋਂ ਦੇਖਾਂਗੇ, ਕਿਹੜੇ ਲਾਅ ਦੇ ਬੇਸ ਤੇ ਇਹਦਾ ਆਨਸਰ ਦੇਵਾਂਗੇ। ਇਹ ਜਿਹੜਾ ਤੁਹਾਡਾ ਹੈਗਾ ਕੁਐਸਚਨ ਹੈਗਾ ਇਹ ABCDEF, ਇਹ 5 ਥੋੜੀਆਂ ਛੋਟੀਆਂ ਡੈਫੀਨੇਸ਼ਨਸ ਹੈਗੀਆਂ ਨੇ ਜਿਹੜੀਆਂ ਕਿ 2-2 ਨੰਬਰ ਦੀਆਂ ਹੈਗੀਆਂ। ਇਹਦੇ ਵਿੱਚ ਆਪਾਂ ਜ਼ਿਆਦਾ ਲੰਮਾ ਚੌੜਾ ਆਨਸਰ ਨਹੀਂ ਦੇਵਾਂਗੇ ਕਿਉਂਕਿ 10 ਨੰਬਰ ਦਾ ਟੋਟਲ ਕੁਐਸਚਨ ਹੈ। 5 ਤੁਹਾਡੇ ਕੋਲੇ ਕੁਐਸਚਨ ਨੇ, 2-2 ਨੰਬਰ ਦਾ ਕੁਐਸਚਨ ਹੈ ਡੈਫੀਨੇਸ਼ਨਸ ਦੇ ਰੂਪ ਦੇ ਵਿੱਚ ਤੇ ਲਾਅ ਦਾ ਵੇਰਵਾ ਦਿੰਦੇ ਹੋਏ ਤੇ ਬਰੀਫ ਦੇ ਵਿੱਚ ਅਸੀਂ ਇਹਦਾ ਆਨਸਰ ਦੇਣਾ ਹੈ ਤੇ ਨਾ ਕਿ ਲੰਮਾ ਚੌੜਾ ਪੂਰਾ ਪੈਰਾ 10 ਪੇਜ ਦਾ 10 ਲਾਈਨਾਂ ਦਾ ਪੈਰਾ ਲਿਖਣ ਦੀ ਜ਼ਰੂਰਤ ਨਹੀਂ ਹੈਗੀ ਇਹਦੇ ਵਿੱਚ। ਠੀਕ ਹੈ ਜੀ। ਵਾਟ ਡੂ ਯੂ ਅੰਡਰਸਟੈਂਡ ਬਾਈ ਦਾ ਮੋਟੇਸ਼ਨਸ। ਦੱਸੋ ਜੀ ਕਿੱਥੋਂ, ਕਿਹੜੀ ਬੁੱਕ ਨਾਲ ਸੰਬੰਧਿਤ ਹੈਗਾ ਤੇ ਕਿਹੜੇ ਪੈਰੇ ਨਾਲ ਸੰਬੰਧਿਤ ਹੈ ਜਾਂ ਕਿਹੜੇ ਸੈਕਸ਼ਨ ਦੇ ਨਾਲ ਸੰਬੰਧਿਤ ਹੈ। ਕਿਹੜਾ ਪੈਰਾ ਜੀ? 7.1 ਸਰ। ਹਾਂ ਠੀਕ ਹੈ। ਕੀ ਇਹਦੀ ਰੈਲੀਵੈਂਸੀ ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਹੈਗੀ ਹੈ? ਦੱਸੋ ਜੀ। ਕੀ ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਹੈਗਾ ਇਹ? है जी।
ਦੇਖੋ ਇਹ ਜੇ ਤੁਸੀਂ ਜਿਨ੍ਹਾਂ ਨੂੰ ਪਤਾ ਹੈ ਵੈਸੇ ਇਹ ਠੀਕ ਹੈ। ਪੈਰਾ ਨੰਬਰ 7.1 ਰਿਲੇਟਡ ਵਿਦ ਮੋਟੇਸ਼ਨਸ, ਇਹਦਾ ਪਹਿਲਾ ਦੇ ਕੇ ਨਾ ਬਸ ਸ਼ਾਰਟ ਦੇ ਵਿੱਚ 3-4 ਲਾਈਨਾਂ ਦੇ ਵਿੱਚ ਆਨਸਰ ਦੇਣਾ, ਤੁਸੀਂ ਜ਼ਿਆਦਾ ਲੰਮਾ ਚੌੜਾ ਆਨਸਰ ਨਹੀਂ ਦੇਣਾ ਹੈਗਾ। ਇੰਤਕਾਲ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਇਹ ਜਦੋਂ ਕੋਈ ਵਿਅਕਤੀ ਆਪਣੇ ਕੋਈ ਰਾਈਟਸ ਕ੍ਰੀਏਟ ਕਰਦਾ ਹੈ ਨਵੇਂ, ਬਾਈ ਵੇ ਆਫ ਬਿਲ, ਬਾਈ ਵੇ ਆਫ ਸੇਲ, ਬਾਈ ਵੇ ਆਫ ਐਕਸਚੇਂਜ, ਬਾਈ ਵੇ ਆਫ ਪਾਰਟੀਸ਼ਨ, ਠੀਕ ਹੈ, ਜਾਂ ਫਿਰ ਕਿਸੇ ਦੀ ਡੈਥ ਹੋਣ ਤੋਂ ਬਾਅਦ ਕੋਈ ਕਿਸੇ ਦੀ ਵਿਰਾਸਤ ਚੜ੍ਹਨੀ ਹੈ ਕਿਸੇ ਨੂੰ, ਠੀਕ ਹੈ, ਇਹਨਾਂ ਦਾ ਜਿਹੜਾ ਵੇਰਵਾ ਤੁਸੀਂ ਰੋਜ਼ ਦਰਜ ਕਰਦੇ ਹੋ, ਤੁਹਾਨੂੰ ਪਤਾ ਹੈਗਾ, ਉਹਦਾ ਵੇਰਵਾ ਇੱਥੇ ਦੇਣਾ ਹੈਗਾ। ਅਸੀਂ ਇਸ ਨੂੰ ਸੈਕਸ਼ਨ 34 ਦੇ ਨਾਲ ਵੀ ਰੈਲੀਵੈਂਟ ਇਹਦੀ ਕ੍ਰੀਏਟ ਕਰ ਸਕਦੇ ਹਾਂ ਲੈਂਡ ਐਕਟ ਦੇ ਵਿੱਚ ਵੀ। ਸਾਡੇ ਕੋਲ ਸੈਕਸ਼ਨ 34 ਵੀ ਹੈਗਾ। ਚਲੋ, ਹੂ ਐਂਟਰਸ ਦਾ ਮੋਟੇਸ਼ਨਸ, ਪਤਾ ਹੀ ਸਾਰਿਆਂ ਨੂੰ, ਪਟਵਾਰੀ ਐਂਟਰਸ ਦਾ ਮੋਟੇਸ਼ਨ, ਠੀਕ ਹੈ, ਇਹੀ ਪਹਿਲੇ ਵਿੱਚ ਆ ਜਾਏਗਾ, ਸਾਰਾ ਕਵਰ ਹੁੰਦਾ ਇਹਦੇ ਨਾਲ ਹੀ। ਹੂ ਐਂਟਰਸ ਦਾ, ਹੂ ਸੈਂਕਸ਼ਨ ਦਾ ਮੋਟੇਸ਼ਨਸ, ਮੋਟੇਸ਼ਨ ਨੂੰ ਕੌਣ ਸੈਂਕਸ਼ਨ ਕਰਦਾ ਹੈ, ਸੀ ਆਨਸਰ ਹੈ, ਸੀ ਕਲੌਜ਼ ਹੈ ਜੀ। ਕੁਐਸਚਨ ਨੰਬਰ 2 ਦੇ ਪਹਿਲੇ ਨੇ ਪੁਆਇੰਟ ਨੇ ਜੀ ABCDEF। ਏ ਦੇ ਵਿੱਚ ਤਾਂ ਸੀਗਾ ਵਾਟ ਡੂ ਯੂ ਅੰਡਰਸਟੈਂਡ ਬਾਈ ਦਾ ਮੋਟੇਸ਼ਨ, ਬੀ ਦੇ ਵਿੱਚ ਹੈ ਹੂ ਐਂਟਰਸ ਦਾ ਮੋਟੇਸ਼ਨ, ਸੀ ਦੇ ਵਿੱਚ ਹੈ ਹੂ ਸੈਂਕਸ਼ਨ ਦਾ ਮੋਟੇਸ਼ਨ, ਠੀਕ ਹੈ ਜੀ। ਪਤਾ ਤੁਹਾਨੂੰ ਸਾਰਿਆਂ ਨੂੰ, ਐਂਟਰ ਕਰਦਾ ਪਟਵਾਰੀ ਹਲਕਾ, ਸੈਂਕਸ਼ਨ ਕਰਦਾ ਰੈਵਨਿਊ ਆਫਿਸਰ, ਰੈਵਨਿਊ ਆਫਿਸਰ ਵਿਦ ਦਾ ਪਾਵਰਸ ਆਫ ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ। ਹਾਊ ਮਿਸਟੇਕਸ, ਅੱਗੇ ਡੀ ਪੁਆਇੰਟ ਹੈਗਾ, ਹਾਊ ਮਿਸਟੇਕਸ ਆਫ ਕਿਤਾਬਤ ਐਂਡ ਹਿਸਾਬਤ ਆਰ ਰੈਕਟੀਫਾਈਡ ਆਫਟਰ ਐਗਜੀਕਿਊਸ਼ਨ ਆਫ ਦਾ ਮੋਟੇਸ਼ਨ। ਜਦੋਂ ਮੋਟੇਸ਼ਨ ਦਰਜ ਹੋ ਜਾਂਦਾ ਹੈ, ਹਾਊ ਮਿਸਟੇਕਸ ਆਫ ਦਾ ਕਿਤਾਬ 'ਚ ਜੇ ਕੋਈ ਕਲੈਰੀਕਲ ਮਿਸਟੇਕ ਜਿਹੜੀ ਰਹਿ ਜਾਂਦੀ ਹੈ ਇੰਤਕਾਲ ਦੇ ਵਿੱਚ, ਤਾਂ ਅਸੀਂ ਉਹਨੂੰ ਕਿਵੇਂ ਦੁਰਸਤ ਕਰਦੇ ਹਾਂ। ਦੱਸੋ ਜੀ, ਕਿਹੜੇ ਪਹਿਰੇ ਨਾਲ ਸੰਬੰਧਿਤ ਹੈਗਾ? ਲੈਂਡ ਰਿਕਾਰਡ ਮੈਨੂਅਲ 7.29 7.5 ਆਣਾ ਸਰ। ਕਰੈਕਸ਼ਨ ਆਫ ਪ੍ਰੀਵੀਅਸ ਅਟੈਸਟੇਸ਼ਨ ਹੈ, ਕਰੈਕਸ਼ਨ ਆਫਟਰ ਅਟੈਸਟੇਸ਼ਨ 7.6 ਲੈਂਡ ਰਿਕਾਰਡ ਮੈਨੂਅਲ। ਹਾਂ, ਬਿਲਕੁਲ ਰਾਈਟ। ਇੱਥੇ 7.6 ਆਏਗਾ ਜੀ, 7.29 ਨਹੀਂ ਲੱਗਦਾ। 7.29 ਤੱਕ ਕਲੈਰੀਕਲ ਮਿਸਟੇਕਸ ਵਿਦ ਦਾ ਰੈਵਨਿਊ ਰਿਕਾਰਡ ਹੁੰਦਾ ਹੈ, ਇਹ ਮੋਟੇਸ਼ਨ ਹੈਗਾ, ਠੀਕ ਹੈ। ਐਗਜੀਕਿਊਸ਼ਨ ਆਫ ਮੋਟੇਸ਼ਨ, ਆਫਟਰ ਐਗਜੀਕਿਊਸ਼ਨ ਆਫ ਮੋਟੇਸ਼ਨ, ਇਹ 7.6 ਦਾ ਪਹਿਲਾ ਦੇ ਕੇ ਤੁਸੀਂ ਬਸ ਪਹਿਲੇ ਤੋਂ 2-3 ਲੈਣਾ 4 ਲੈਣਾ ਲਿਖ ਦੋਗੇ, ਠੀਕ ਹੈ ਜੀ। ਇਫ ਏ ਪਾਰਟ ਆਫ ਦਾ ਫੀਲਡ ਇਜ਼ ਸੋਲਡ ਆਊਟ, ਅੱਗੇ ਈ ਕੁਐਸਚਨ ਹੈਗਾ ਦਾ, ਈ ਕੁਐਸਚਨ ਨੰਬਰ 2 ਦਾ ਈ ਪਾਰਟ ਹੈਗਾ। ਇਫ ਏ ਪਾਰਟ ਆਫ ਦਾ ਫੀਲਡ ਇਜ਼ ਸੋਲਡ ਆਊਟ, ਕਿਸੇ ਖੇਤ ਦਾ ਕੁਝ ਪਾਰਟ ਸੇਲ ਹੋ ਗਿਆ, ਦੈਨ ਹਾਊ ਵਿਲ ਇਟਸ ਰੈਵਨਿਊ ਰਿਕਾਰਡ ਬੀ ਅਮੈਂਡਡ। ਦੱਸੋ ਜੀ। ਹਾਂ, ਕਿਹੜੇ ਪਹਿਰੇ ਨਾਲ ਸੰਬੰਧਿਤ ਹੈ ਜੀ? ਤਤੀਮਾ ਬਣਾਉਣਾ ਹੈ ਅਸੀਂ। ਕੁਝ ਪਾਰਟ ਸੇਲ ਹੋਇਆ ਹੈ ਇੰਤਕਾਲ ਦਾ, ਉਹਦਾ ਕਿਸੇ ਖੇਤ ਦਾ ਕੁਝ ਪਾਰਟ ਸੇਲ ਹੋਇਆ, ਇਟ ਮੀਨਸ ਇਟ ਇਜ਼ ਰੈਲੀਵੈਂਟ ਵਿਦ ਦਾ ਤਤੀਮਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਨੋਟ ਕਰ ਲਓ ਜੀ। 7.8 ਪਹਿਰੇ ਨਾਲ ਸੰਬੰਧਿਤ ਹੈਗਾ। 7.8 ਦੇ ਵਿੱਚੋਂ ਲਿਖ ਕੇ ਬਸ ਤੁਸੀਂ ਤਤੀਮਾ ਕਿਵੇਂ ਕੱਢਦੇ ਹੋ, ਉਹਦੀ ਤਤੀਮਾ ਵੀ ਬਣਦਾ ਹੈ ਤੇ ਉਹਦੇ ਨਾਲ ਉਹਦੀਆਂ ਫੀਲਡ ਬੁੱਕ ਵੀ ਲਿਖੀ ਜਾਂਦੀ ਹੈ, ਠੀਕ ਹੈ ਜੀ। ਦੈਨ F part ਹੈਗਾ, what losses to be suffered by the claimant in case of non-entry sanction of the mutation on time। ਜੇ ਸਮੇਂ ਸਿਰ ਜਿਹੜਾ ਇੰਤਕਾਲ ਹੈ ਉਹ ਨਾ ਹੋਵੇ ਤਾਂ ਫਿਰ ਜਿਹੜਾ ਹੈਗਾ ਕਲੇਮੈਂਟ ਹੈ, ਕਲੇਮ ਜਿਹੜਾ ਕਰ ਰਿਹਾ ਹੈ, ਤਾਂ ਉਹਨੂੰ ਕੀ ਲਾਸ ਹੁੰਦੇ ਹੈ? ਦੁਬਾਰਾ ਸਰ ਰਿਪੀਟ ਕਰਿਓ। What losses to be suffered by the claimant in case of non-entry oblique sanctioning of the mutation on time। ਜੇ ਸਮੇਂ ਸਿਰ ਇੰਤਕਾਲ ਮਨਜ਼ੂਰ ਨਾ ਹੋਵੇ ਜਾਂ ਇੰਤਕਾਲ ਦਰਜ ਨਾ ਹੋਵੇ, ਤਾਂ ਜਿਹੜੇ ਬੰਦੇ ਨੇ ਕੋਈ ਰਾਈਟ ਕਲੇਮ ਕੀਤੇ ਸੀਗੇ ਤਾਂ ਉਹਦਾ ਕੀ ਨੁਕਸਾਨ ਹੋ ਸਕਦਾ ਹੈ? ਰੈਵਨਿਊ ਰਿਕਾਰਡ 'ਚ ਤਾਂ ਨਾ ਹੀ ਨਹੀਂ ਆਏਗਾ ਜੇ ਇੰਤਕਾਲ ਨਹੀਂ ਦਰਜ ਹੋਏਗਾ, ਠੀਕ ਹੈ ਜੀ। ਇਹ ਵੀ ਇੰਤਕਾਲਾਂ ਦੇ ਨਾਲ ਸੰਬੰਧਿਤ ਹੈਗਾ, ਇਸੇ ਪਹਿਰੇ ਨਾਲ ਸੰਬੰਧਿਤ ਹੈ। ਤੇ ਨਾਲ ਤੁਸੀਂ ਇੱਥੇ ਸੈਕਸ਼ਨ 34 ਦਾ ਹਵਾਲਾ ਵੀ ਦੇ ਸਕਦੇ ਹੋ ਲੈਂਡ ਰੈਵਨਿਊ ਐਕਟ ਦਾ। ਸਰ ਇੱਥੇ ਪੈਰਾ ਕਿਹੜਾ ਲਿਖਾਂਗੇ? ਇੱਥੇ ਤੁਸੀਂ ਸੈਕਸ਼ਨ 34 ਲਿਖ ਦੋਗੇ, ਲੈਂਡ ਰੈਵਨਿਊ ਐਕਟ ਸੈਕਸ਼ਨ 34, ਤੇ ਨਾਲ ਹੀ ਤੁਸੀਂ ਲਿਖ ਦੋਗੇ ਮਤਲਬ ਕਿ ਇੱਥੇ ਲੈਂਡ ਕੋਡ ਮੈਨੂਅਲ ਚੈਪਟਰ 7 ਲਿਖ ਦਿਓ। ਇਹਦੇ ਸਪੈਸ਼ਲ ਪਾਰਟੀਕੂਲਰ ਤਾਂ ਨਹੀਂ ਦਿੱਤਾ ਗਿਆ ਕਿਤੇ, ਸੈਕਸ਼ਨ ਪੈਰਾ ਕਿੰਨਾ ਹੈਗਾ, ਚੈਪਟਰ 7 ਲਿਖ ਸਕਦੇ ਹਾਂ ਆਪਾਂ, ਤੇ ਨਾਲ ਸੈਕਸ਼ਨ 34 ਲਿਖ ਸਕਦੇ ਹਾਂ ਲੈਂਡ ਰੈਵਨਿਊ ਐਕਟ ਦਾ। ਦੋਨੋਂ ਹਵਾਲੇ ਪਾ ਦਿਓ ਵੀ ਜੇ ਕੋਈ ਮੋਟੇਸ਼ਨ ਜਿਹੜਾ ਹੈਗਾ ਸਮੇਂ ਸਿਰ ਕੋਈ ਦਰਜ ਨਹੀਂ ਹੁੰਦਾ ਜਾਂ ਸੈਂਕਸ਼ਨ ਨਹੀਂ ਹੁੰਦਾ, ਤਾਂ ਜਿਹੜਾ ਲਾਸ ਹੈਗਾ, ਜਿਹੜਾ ਕਲੇਮੈਂਟ ਹੈਗਾ, ਉਹਦਾ ਜਿਹੜਾ ਨਾਮ ਹੈ ਰੈਵਨਿਊ ਰਿਕਾਰਡ ਦੇ ਵਿੱਚ ਐਂਟਰ ਨਹੀਂ ਹੋ ਪਾਉਂਦਾ।
इन्ना की आंसर देना, ज़्यादा लंबा चौड़ा आंसर देने की लोड़ नहीं हैगी। नैक्सट आ गया जी क्वेश्चन नंबर 3 ਦੇ ਪਾਰਟ ਹੈਗੇ 4 A B C ਤੇ D। ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹੀ ਲਿਖਣਾ ਹੁੰਦਾ ਹੈ ਵੀ ਕੁਐਸਚਨ ਨੰਬਰ ਜਿਹੜਾ ਹੈਗਾ ਉਹਦੇ ਕਿੰਨੇ ਕੁ ਪਾਰਟ ਬਣੇ ਹੋਏ ਨੇ, ਕਿੰਨੇ ਪਾਰਟ ਨੇ ਤਾਂ ਕਿੰਨੇ ਨੰਬਰ ਦਾ ਜਿਹੜਾ ਇੱਕ ਪਾਰਟ ਹੈਗਾ। ਇਹ ਕੁਐਸਚਨ ਨੰਬਰ ਦੱਸਦਾ ਹੈ ਜੀ ਇਹਦੇ 4 ਪਾਰਟ ਨੇ, ਮਤਲਬ 2.5 ਨੰਬਰ ਦਾ ਜਿਹੜਾ ਇੱਕ ਪਾਰਟ ਹੈਗਾ। ਠੀਕ ਹੈ, ਇਹਦੇ ਅਕੋਰਡਿੰਗ ਅਸੀਂ ਆਨਸਰ ਦੇਣਾ ਤਾਂ ਆਪਦਾ ਟਾਈਮ ਜ਼ਿਆਦਾ ਵੇਸਟ ਨਹੀਂ ਕਰਨਾ ਹੁੰਦਾ। ਵਾਟ ਡੂ ਯੂ ਅੰਡਰਸਟੈਂਡ ਬਾਈ ਦਾ ਪ੍ਰਾਈਵੇਟ ਪਾਰਟੀਸ਼ਨ? ਕੁਐਸਚਨ ਨੰਬਰ 3A ਚੈਪਟਰ ਨੰਬਰ 18.1 ਸਰ। 18 ਦਾ ਹੈ ਨਹੀਂ ਜੀ ਪਲੇਲਿਸਟ ਤੇ ਇਹਦਾ ਰਹਿ ਗਿਆ ਟਿਕ ਲੈਂਡਰ ਪਾਵਰ ਮੈਨੂਅਲ ਚ ਸਰ। ਲੈਂਡਰ ਮੈਨੂੰ ਸਾਰਾ ਮਤਲਬ ਚੈਪਟਰ ਇਹਦਾ ਆਣਾ 9 ਨੰਬਰ ਚੈਪਟਰ ਸਰ ਲੈਂਡਰ ਕਾਰਡ ਪ੍ਰਾਈਵੇਟ ਪਾਰਟੀਸ਼ਨ ਕੀ ਹੁੰਦੀ ਹੈ? 123 ਜੀ ਬਿਲਕੁਲ ਠੀਕ ਹੈ, 123 लैंड रेवेन्यू एक्ट सेक्शन 123 प्राइवेट पार्टीशन नोट कर लो जी। सेक्शन 123 लैंड रेवेन्यू एक्ट। पोजेशन तो बाद आ जाता है अफर्मेशन ऑफ प्राइवेट पार्टीशन अफेक्टेड, प्राइवेटली अफेक्टेड, ਸੈਕਸ਼ਨ 123। ਨੈਕਸਟ ਹੈ ਜੀ ਪੰਜਾਬ, ਇਹਦਾ B ਪਾਰਟ ਹੈਗਾ ਪੰਜਾਬ ਲੈਂਡ ਰੈਵਨਿਊ ਐਕਟ ਲੇਜ਼ ਡਾਊਨ ਸਮ ਰਿਸਟ੍ਰਿਕਸ਼ਨਸ ਔਰ ਲਿਮਿਟੇਸ਼ਨਸ। ਆਪਣਾ ਬੰਦ ਕਰੋ ਜੀ, ਸਪੀਕਰ ਕਿਹਦਾ ਚੱਲਦਾ ਹੈ? ਪੰਜਾਬ ਲੈਂਡ ਰੈਵਨਿਊ ਐਕਟ ਲੇਜ਼ ਡਾਊਨ ਸਮ ਰਿਸਟ੍ਰਿਕਸ਼ਨਸ ਔਰ ਲਿਮਿਟੇਸ਼ਨਸ ਔਨ ਪਾਰਟੀਸ਼ਨ ਆਫ ਲੈਂਡ ਹੋਲਡਿੰਗ ਇਲੈਬੋਰੇਟ ਵਿਦ ਸਾਈਟਿੰਗ ਐਗਜ਼ਾਮਪਲਸ। ਕੁਝ ਰਿਸਟ੍ਰਿਕਸ਼ਨਾਂ ਲੱਗੀਆਂ ਹੋਈਆਂ ਨੇ ਵੀ ਕਿਹੜੀ ਲੈਂਡ ਦੀ ਪ੍ਰਾਈਵੇਟ, ਕਿਹੜੀ ਲੈਂਡ ਦੀ ਪਾਰਟੀਸ਼ਨ ਨਹੀਂ ਹੋ ਸਕਦੀ, ਕਿਹੜੀਆਂ ਜ਼ਮੀਨਾਂ ਦੀ ਜਿਹੜੀ ਤਕਸੀਮ ਹੈ ਨਹੀਂ ਹੋ ਸਕਦੀ। ਦੇਖੋ ਸਭ ਤੋਂ ਪਹਿਲਾਂ ਤਾਂ ਇਹਨੇ ਮੂਹਰੇ ਦੇਤਾ ਪੰਜਾਬ ਲੈਂਡ ਰੈਵਨਿਊ ਐਕਟ। ਇੱਥੋਂ ਆਪਾਂ ਨੂੰ ਸਮਝਣਾ ਚਾਹੀਦਾ ਵੀ ਜਿਹੜਾ ਇਹ ਪੈਰਾ ਇਹ ਕੁਐਸਚਨ ਹੈ ਇਹ ਲੈਂਡ ਰੈਵਨਿਊ ਐਕਟ ਨਾਲ ਸੰਬੰਧਿਤ ਹੈ। ਠੀਕ ਹੈ ਜੀ, ਹਾਂ। ਸੈਕਸ਼ਨ 112 ਦੇ ਵਿੱਚ ਜਿਵੇਂ ਕਾਮਨ ਪੈਲੇਸਿਸ ਹੁੰਦੇ ਆ, ਰਸਤੇ ਹੁੰਦੇ ਆ, ਸੋਰਸ ਆਫ ਇਰੀਗੇਸ਼ਨ, ਖੂਹ ਦਾ ਤੌੜ, ਇਹ ਉਹ ਐਸੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਸਾਂਝੀਆਂ ਥਾਵਾਂ ਜਿਨ੍ਹਾਂ ਨੂੰ ਅਸੀਂ ਪਾਰਟੀਸ਼ਨ ਨਹੀਂ ਕਰ ਸਕਦੇ। ਸੈਕਸ਼ਨ 112 ਨੋਟ ਕਰ ਲਓ ਜੀ। ਦੈਨ ਹੈਗਾ ਇਲੈਬੋਰੇਟ on distribution of revenue and rent after partition। revenue ਤੇ rent ਜਿਹੜਾ ਹੈਗਾ ਉਹਨੂੰ ਕਿਵੇਂ ਡਿਸਟ੍ਰੀਬਿਊਟ ਕਰਦੇ ਆ ਆਪਾਂ ਤਕਸੀਮ ਤੋਂ ਬਾਅਦ। ਜਿਵੇਂ ਹੁਣ ਤੁਹਾਨੂੰ ਪਤਾ ਹੈ ਆਪਾਂ ਮਾਮਲਾ ਕਿਵੇਂ ਦਰਜ ਕਰਦੇ ਆ, ਖੇਵਟ ਦਾ ਮਾਮਲਾ 100 ਰੁਪਏ ਹੁੰਦਾ ਹੈ, 100 ਕਿੱਲੇ ਜ਼ਮੀਨ ਹੁੰਦੀ ਹੈ ਤਾਂ 1 ਕਿੱਲੇ ਉੱਪਰ 1 ਰੁਪਿਆ ਆ ਗਿਆ, ਜੇ ਜਿਹਨੂੰ 10 ਕਿੱਲੇ ਆ ਗਏ ਉਹਨੂੰ 10 ਰੁਪਏ ਲਗਾ ਦਿੰਦੇ ਆ। ਠੀਕ ਹੈ, ਦੱਸੋ ਜੀ ਕਿਹੜੇ ਸੈਕਸ਼ਨ ਨਾਲ ਸੰਬੰਧਿਤ ਹੈ? 120 ਸਰ। ਓਕੇ, ਬਿਲਕੁਲ ਠੀਕ ਹੈ, ਸੈਕਸ਼ਨ 120। ਦੈਨ ਹੈਗਾ, ਨੋਟ ਕਰ ਲਓ ਜੀ ਸਾਰੇ, ਐਕਸਪਲੇਨ ਐਂਡ ਕਮੈਂਟ ਔਨ ਇੰਸਟਰੂਮੈਂਟ ਆਫ ਪਾਰਟੀਸ਼ਨ, ਸਨਦ ਤਕਸੀਮ। ਸਨਦ ਤਕਸੀਮ ਦੇ ਬਾਰੇ ਕੁਐਸਚਨ ਆ ਜਾਂਦਾ ਤਾਂ ਕਿੱਥੇ ਕਿੱਥੇ ਰੈਲੇਵੈਂਸੀ ਹੈਗੀ ਇਹਦੀ? 120 ਹਾਂਜੀ 121 ਠੀਕ ਹੈ। ਦੈਨ ਹੈਗਾ ਜੀ ਕੁਐਸਚਨ ਨੰਬਰ 4, ਵਾਟ ਆਰ ਦਾ ਫੈਕਟਰਸ ਟੂ ਬੀ ਕੰਸੀਡਰਡ ਵਾਈਲ ਅਪਾਇੰਟਿੰਗ ਵਿਲੇਜ ਹੈਡਮੈਨ। ਜੋ ਕਿ ਪਿੰਡ ਦਾ ਨੰਬਰਦਾਰ ਜਿਹੜਾ ਹੈਗਾ, ਨੰਬਰਦਾਰ ਦੀ ਅਪਾਇੰਟਮੈਂਟ ਹੋਣੀ ਹੈ ਤਾਂ ਕਿਹੜੇ ਫੈਕਟਰ ਹੈਗੇ ਜਿਹੜੇ ਅਸੀਂ ਕੰਸੀਡਰ ਕਰਨੇ ਨੇ? ਰੈਵਨਿਊ ਆਫੀਸਰ ਨੇ ਕਿਹੜੇ ਪੁਆਇੰਟ ਦੇਖਣੇ ਹੈਗੇ ਜਦੋਂ ਕਿਸੇ ਨੰਬਰਦਾਰ ਦੀ ਰਿਕਮੈਂਡੇਸ਼ਨਸ ਕਰਨੀ ਹੈ ਐਜ਼ ਏ ਨੰਬਰਦਾਰ ਰਿਕਮੈਂਡੇਸ਼ਨਸ ਕਰਨੀ ਹੈ ਕੈਂਡੀਡੇਟ ਨੂੰ, ਕਿਸੇ ਨੂੰ ਰਿਕਮੈਂਡ ਕਰਕੇ ਭੇਜਣਾ ਹੈ ਤਾਂ ਕਿਹੜੇ ਪੁਆਇੰਟਸ ਅਸੀਂ ਕੰਸੀਡਰ ਕਰਾਂਗੇ? ਹਾਂਜੀ ਸਰ ਸਟੈਂਡਿੰਗ ਆਰਡਰ ਨੰਬਰ 20 ਪਹਿਲਾ ਨੰਬਰ 1। ਦੇਖੋ ਪਤਾ ਕੀ ਹੈ, ਸਟੈਂਡਿੰਗ ਆਰਡਰ ਤੇ ਤੁਸੀਂ ਤਾਂ ਜਾਣਾ ਹੈ ਜੇ ਤੁਹਾਨੂੰ ਕਿਤੇ ਸੈਕਸ਼ਨ ਦੇ ਵਿੱਚ, ਐਕਟ ਦੇ ਵਿੱਚ ਤੇ ਰੂਲ ਦੇ ਵਿੱਚ ਨਾ ਮਿਲਦਾ ਹੋਵੇ। ਨੰਬਰਦਾਰ ਦੇ ਬਾਰੇ ਬਹੁਤ ਹੀ ਵਧੀਆ ਜਿਹੜਾ ਤੁਹਾਡਾ ਰੂਲਸ ਹੈਗੇ ਆ, ਲੈਂਡ ਰੈਵਨਿਊ ਰੂਲਸ। ਠੀਕ ਹੈ, ਲੈਂਡ ਰੈਵਨਿਊ ਰੂਲਸ ਦੇਖੋ ਪਹਿਲਾਂ, ਸਟੈਂਡਿੰਗ ਆਰਡਰ ਤਦ ਦੇਖੋ ਜੇ ਤੁਹਾਨੂੰ ਕਿਤੇ ਨਾ ਮਿਲੇ ਕੁਐਸਚਨ ਆਨਸਰ। 14 ਨੰਬਰ ਰੂਲ 15 ਹੈਗਾ ਇਹਦੇ ਵਿੱਚ, ਮੇਰਾ ਖਿਆਲ ਹੈ ਰੂਲ 15 ਸ਼ਾਇਦ, ਪੁਆਇੰਟਸ ਟੂ ਬੀ ਕੰਸੀਡਰਡ। हाँ नोट कर लो जी। ठीक है, व्हाट डू यू अंडरस्टैंड बाय द सरबरा नंबरदार? सरबरा नंबरदार की जानते हो, किस नाल संबंधित है जी? देखो नंबरदारी बारे चुप करके ध्यान दिओ, नंबरदार जिथे नंबरदार का क्वेश्चन आ जाता है उत्थे रूलां च पहुंच जाओ सीधे ही बस। उत्थे तुसीं ना बुक देखो, ना लैंड रेवन्यू एक्ट देखना है ते ना ही लैंड रिकॉर्ड मैनुअल देखना है ते ना ही स्टैंडिंग आर्डर देखना है, सीधे रूलां च पहुंचो। जे रूलां च नहीं किते उपलब्ध हैगा देन यू मे गो टू द है जी रूल नंबर 27 है, डबरा नंबर का नंबर है।
27 है कि 17 है? मैं 27 हूँ कि कहने लगा सर है जी? 27 हूँ सब्स्टिट्यूट नंबर दो है ठीक है ओके, appointment of other substitutes and their positions नोट कर लो जी। 20,000 land revenue rule 1909 नेक्स्ट है जी डिसमिसल ऑफ हेडमैन। रूल 16 सर। बिल्कुल ठीक है, नोट कर लो जी। रूल नंबर 16 डिसमिसल ऑफ नंबरदार। देन आ गया व्हाट आर द ड्यूटीज ऑफ द हेडमैन। ठीक है मतलब रूल land नंबर 20 सर। रूल भी जी पंजाब land revenue rule 1962 पेज बिल्कुल ठीक है जी। सर जब ये क्वेश्चन लिखांगे आंसर लिखांगे सर जी पंजाब लैंड रेवेन्यू रूल 1909 ਅੱਗੇ ਫੇਰ ਅੱਗੇ 20 ਦਾ ਕਿਵੇਂ ਉਹ 9 ਨੂੰ ਲਿਖਣ ਦੀ ਵੀ ਲੋੜ ਨਹੀਂ ਹੈ, ਪੰਜਾਬ ਲੈਂਡ ਨੂੰ ਰੂਲਸ ਕੱਲੇ ਲਿਖ ਦੋ ਸਫੀਸ਼ੀਐਂਟ ਹੈਗਾ। ਠੀਕ ਹੈ ਸਰ। ਹਾਂ, रूल अगे पंजाब लैंड रूल्स 9 लिख के फिर लिख दो रूल नंबर इतने, बस और क्या है। ठीक है सर। रूल नंबर 20 फिर अपना आंसर लिख दो। नेक्स्ट है जी क्वेश्चन नंबर 5 डिस्क्राइब द ब्रीफली शॉर्ट दे विच A B C D E 5 क्वेश्चन हैगे है, बहुत छोटे डेफिनेशंस हैगी ने, यानी कि 10 नंबर दियां 2-2 नंबर का क्वेश्चन है। वाजुल अर्ज हेलो सर की बोलिया दोबारा रिपीट करो डिस्क्राइब ब्रीफली वाजिबुल अर्ज। वाजुल अर्ज हाँ चलो चाहूंगा है जी। सेटलमेंट मैनुअल का क्वेश्चन को ठीक कह रहे हो बिल्कुल, क्वेश्चन इज रिलेटेड विद सेटलमेंट मैनुअल, पर अपनी जमाबंदी चाहता है कितने नहीं सर ਵਿੱਚ ਨਹੀਂ ਆਉਂਦਾ ਲੈਂਡ ਕੋਡ हाँ ਸਰ ਮਿਸਲ ਕੀਰ ਦੇ ਪਿੱਛੇ ਲੱਗਦਾ ਜੀ ਇਹ ਨਕਸ਼ਾ ਵਾਜਿਬ ਲਾਰਜ लगता था पता है सारा ਨੂੰ। ਜਿਹਦੇ ਜੀ ਸੈਕਸ਼ਨ ਦੱਸੋ, ਸੈਕਸ਼ਨ ਇਹ ਤਾਂ ਸਭ ਨੂੰ ਪਤਾ ਹੈ, ਤੁਸੀਂ ਸਾਰੇ ਕਾਨੂੰਗੋ ਪਟਵਾਰੀ ਸਾਰੇ ਰਹੇ ਹੋ, ਸਾਨੂੰ ਸਾਰਿਆਂ ਨੂੰ ਪਤਾ ਹੈ ਵਾਜੂਲ ਲਾਰਜ ਕੀ ਹੁੰਦੀ ਹੈ, ਪਰ ਇਹ ਦੱਸੋ ਕਿੱਥੇ ਹੈ। ਆਪਾਂ ਪੜ੍ਹਿਆ ਵੀ ਬਹੁਤ ਵਾਰੀ ਪੜ੍ਹ ਚੁੱਕੇ ਹਾਂ ਵਾਜੂਲ ਲਾਰਜ ਬਾਰੇ। ਰੈਫਰੈਂਸ ਦੱਸੋ ਬ੍ਰਦਰ ਕਿੱਥੋਂ ਦੇਣਾ ਹਾਂ, ਕਿਹੜਾ ਰੈਫਰੈਂਸ ਦੋਗੇ, ਕਿਹੜੇ ਲਾਅ ਦੇ ਦੋਗੇ। ਲੈਂਡ ਰੈਵਨਿਊ ਐਕਟ ਦੇ ਵਿੱਚ ਹੈ ਕਿਤੇ? ਨਹੀਂ ਸਰ ਇੱਥੇ ਨਹੀਂ ਪੜਿਆ ਗਈ ਲੈਂਡ ਰੈਵਨਿਊ ਐਕਟ 'ਚ ਆਪਾਂ ਕਿਤੇ ਪੜ੍ਹਿਆ ਨਹੀਂ ਹੈਗਾ। ਲੈਂਡ ਰਿਕਾਰਡ ਮੈਨੂਅਲ 'ਚ ਹੈਗਾ ਕਿਤੇ ਜਮਾਬੰਦੀ ਦੇ ਬਾਅਦ, ਜਮਾਬੰਦੀ ਚੈਪਟਰ ਦੇ ਵਿੱਚ। ਸਰ ਲੈਂਡ ਰੈਵੇਨਿਊ ਐਕਟ 31 ਚ ਹੈਗਾ ਜੀ। 31 ਚ ਹੈਗਾ। 31 ਹਾਂ ਸਾਲਾਨਾ ਰਿਕਾਰਡ ਆਪਣਾ ਦਾ ਰਿਕਾਰਡ ਨਹੀਂ ਹੈਗਾ ਜੀ। 40 ਅਸੈਸਮੈਂਟ 31 ਰਿਕਾਰਡ ਆਫ ਰਾਈਟਸ ਦੇ ਵਿੱਚ ਹਾਂਜੀ ਹਾਂਜੀ ਉਹਦੇ ਅੱਗੇ ਜਾ ਕੇ ਬੀ ਕਲਾਸ ਹੈਗਾ ਜੀ ਪਿੰਡਾਂ ਦਾ ਰੀਤੀ ਰਿਵਾਜ ਵਾਜਿਬ ਲਾਰਜ। ਇੱਥੋਂ ਦੇਖ ਸਕਦੇ ਹੋ, ਠੀਕ ਹੈ, ਬਿਲਕੁਲ ਠੀਕ ਹੈ। A statement of customs respecting rights and liabilities to the in the state। ਸਰ ਕਿੱਥੋਂ ਮਿਲਿਆ ਜੀ? ਤੇ ਤੁਸੀਂ ਇੱਥੋਂ ਦੇ ਸੈਕਸ਼ਨ 31 ਤੋਂ ਰਿਕਾਰਡ ਆਫ ਰਾਈਟਸ ਆ ਗਿਆ ਨਾ, ਜਮਾਬੰਦੀ ਨਾਲ ਸੰਬੰਧਿਤ ਹੈ। ਦੇਖੋ ਆਪਾਂ ਰਿਕਾਰਡ ਆਫ ਰਾਈਟਸ ਜਮਾਬੰਦੀ ਨਾਲ ਸੰਬੰਧਿਤ ਹੈ, ਇਸੇ ਨਾਲ ਰੈਲੀਵੈਂਸੀ ਹੋ ਸਕਦੀ ਹੈ। ਸੈਕਸ਼ਨ 31 ਦਾ 2 ਸਬਸੈਕਸ਼ਨ 2 ਦੇ ਵਿੱਚ ਅੱਗੇ A B ਪਾਰਟ ਦੇ ਵਿੱਚੋਂ ਲੈ ਸਕਦੇ ਹੋ। A statement of customs respecting rights and liabilities in the state, a map of the state, such other documents। ਬਸ ਆਹੀ B ਪਾਰਟ ਲਿਖ ਸਕਦੇ ਹਾਂ ਜੀ। ਸਿਰਫ ਬੀ ਹੈ ਸਰ ਇੱਥੇ ਵਾਜੂਲ ਲਾਰਜ ਦਾ ਵਰਡ ਤਾਂ ਨਹੀਂ ਯੂਜ਼ ਕੀਤਾ, ਪਰ ਤੁਸੀਂ ਕਰ ਸਕਦੇ ਹੋ। ਉਹਦਾ ਉਹਦੇ ਕੋਲ ਹੀ ਹੈ ਜੀ, ਹਵਾਲਾ ਇਹਦਾ ਦੇ ਦੇਣਗੇ। ਹਾਂ, ਇਹਦਾ ਹਵਾਲਾ ਦੇ ਕੇ ਆਪਣੇ ਕੋਲੋਂ ਲਿਖ ਦਿਓ ਬਸ।
ਨੈਕਸਟ ਹੈ ਜੀ ਮਿਸਲਕੀਅਤ। ਦੇਖੋ ਜਿਹੜਾ ਜਮ੍ਹਾਂ ਹੋਣੀ ਦਾ ਪਾਰਟ ਹੈ ਆਪਣਾ ਲੈਂਡ ਰਿਕਾਰਡ ਮੈਨੂਅਲ ਦਾ, ਲੈਂਡ ਰੈਵਨਿਊ ਐਕਟ ਦਾ, ਰਿਕਾਰਡ ਦਾ ਜਿਹੜਾ ਪਾਰਟ ਹੈ, ਰਿਕਾਰਡ ਦਾ ਪਾਰਟ ਹੈ ਚੈਪਟਰ 4। ਠੀਕ ਹੈ, record of rights of an estate shall include the following documents: statement showing so far ਮਿਸਲ ਕੀ ਦੁਬਾਰੇ ਜੀ? ਦੱਸੋ ਜੀ ਕਿਹੜਾ ਪਾਰਟ ਦਿਓ, ਕਿਹੜਾ ਪਹਿਰਾ ਦਿਓਗੇ ਮਿਸਲ ਕੀ ਦਾ? ਲੈਂਡ ਰਿਕਾਰਡ ਮੈਨੂਅਲ ਚ ਹੈ ਕਿਤੇ? ਹਾਂਜੀ 32 31 ਦੇ ਵਿੱਚ ਇਹ ਸਾਰਾ ਰਿਕਾਰਡ ਜਦੋਂ ਵਾਜਬ ਅਰਜੀ ਚ ਆ ਗਈ ਤਾਂ ਜਿਹੜਾ ਇਹ ਹੈਗਾ ਪਾਰਟ ਦਾ ਪਰਸਨਸ ਹੂ ਆਰ ਦਾ ਲੈਂਡ ਓਨਰਸ, ਮਾਲਕ ਜਿੰਨੇ ਵੀ ਇਹਦੇ ਚ ਆ ਗਏ ਸਾਰੇ। ਠੀਕ ਹੈ ਜੀ, ਇਹਦਾ 31 ਦਾ ਜਿਹੜਾ ਪਾਰਟ 2 ਹੈਗਾ ਸਬਸੈਕਸ਼ਨ 2 ਰਿਕਾਰਡ ਆਫ ਰਾਈਟਸ, ਇਹਦਾ ਹਵਾਲਾ ਦਿਓਗੇ ਜੀ ਤੁਸੀਂ 31 ਦਾ 2 ਦਾ 1 ਤੋਂ ਲੈ ਕੇ 3 ਤੱਕ। नेक्स्ट आ गया जी ततीमा शिजरा। ਆਪਾਂ ਉੱਪਰ ਪੜ੍ਹ ਕੇ ਗਿਆ ਹੁਣੀ ਅਜੇ, ਜਦੋਂ ਕਿਸੇ ਪਾਰਟ ਦਾ ਕੋਈ ਕਿਸੇ ਫੀਲਡ ਦਾ ਕੋਈ ਪਾਰਟ ਵਿਕਦਾ ਹੈ है ना 7.80 लैंड रिकॉर्ड मैनुअल जी। हाँ बिल्कुल ठीक है, इत्थों लिख सकते हो। ਨਹੀਂ ਸਰ ਉਹਦੇ ਇਸ ਕੁਐਸਚਨ ਤਾਂ ਉਹਦੇ 'ਚ ਫਰਕ ਆ, ਤਤਮਾ ਸ਼ਜਰੇ ਦੇ ਵਿੱਚ ਤਾਂ ਉਹਦੇ ਵਿੱਚ ਫਰਕ ਆ, ਕਿਉਂਕਿ ਉਹ ਚੀਜ਼ ਜਿਹੜੀ ਹੈਗੀ ਉਹ ਸਿਰਫ ਇਹ ਦੱਸਿਆ ਵੀ ਜੇ ਇੱਕ ਮਾਲਕ ਦਾ ਪਾਰਟ ਤੋੜ ਕੇ ਵੱਖਰਾ ਕਰਨਾ ਹੋਵੇ ਉਹਦੇ ਲਈ ਤਤਮਾ ਬਣਾਇਆ ਜਾਊਗਾ ਮਿੱਤਰ, ਤੇ ਇਹ ਤਤਮਾ ਸ਼ਜਰਾ ਹੋਊਗਾ। ਤਤਮਾ ਸ਼ਜਰਾ ਇਹ ਹੁੰਦਾ ਹੈ ਜਦੋਂ ਅਸੀਂ ਤਹਿਸੀਲ ਦੇ ਵਿੱਚ ਜਾ ਕੇ ਤਤਮੇ ਕਰਦੇ ਹਾਂ ਸ਼ਜਰੇ ਦੇ ਉੱਪਰ, ਦੁਨੀਆ 5 ਸਾਲ ਦੀਆਂ ਨਕਸ਼ੇ ਦੇ ਉੱਪਰ ਅਮੈਂਡਮੈਂਟਸ ਕਰਦੇ ਹਾਂ ਅਸੀਂ ਆਪਣੀਆਂ, ਨਕਸ਼ੇ ਉੱਪਰ ਅਮੈਂਡਮੈਂਟਸ ਕਰਦੇ ਹਾਂ ਆਪਣੀ। ਬਿਲਕੁਲ ਹਾਂਜੀ, ਉਹ ਕੁਐਸਚਨ ਆਪਾਂ ਪੜ੍ਹਿਆ ਸੀਗਾ, ਦੱਸੋ ਕਿੱਥੇ ਹੈ ਜੀ? ਪ੍ਰੋਸੀਜਰ चार पॉइंट तेईस कितना होगा? बिल्कुल ठीक है, 4.3 लैंड बोर्ड मैनुअल। परमानेंट चेंज मेथड बिल्कुल ठीक है जी। नेक्स्ट आ गया जी सिहदा। देखो ये हुण आपां सिहदा है जी 4.4 सर लैंड बोर्ड मैनुअल प्राइवेट जंक्शन प्लस 4.4। देखो सारे मेजरमेंट ਦੇ ਉਹ ਹੈ, ਮੇਜਰਮੈਂਟ 'ਚ ਜਾਵਾਂਗੇ ਸਿੱਧੀ। ਜਦੋਂ ਸਾਨੂੰ ਕੋਈ ਇਦਾਂ ਦੀ ਕੋਈ ਚੀਜ਼ ਪੁੱਛੀ ਜਾਂਦੀ ਹੈ ਤਾਂ ਮੇਜਰਮੈਂਟ ਦਾ ਚੈਪਟਰ ਕਿਹੜਾ 4 ਹੈਗਾ ਲੈਂਡ ਰਿਕਾਰਡ ਮੈਨੂਅਲ ਦੇ ਵਿੱਚ। ਠੀਕ ਹੈ 4.4 ਟ੍ਰਾਂਜੈਕਸ਼ਨ ਪਿਲਰ। ਜਦੋਂ ਮੇਜਰਮੈਂਟ ਦੀ ਕੋਈ ਬੁਰਜੀ ਬਾਰੇ ਕੋਈ ਹੋਰ ਬਾਰੇ ਕੋਈ ਪੁੱਛਿਆ ਜਾਂਦਾ ਹੈ ਤਾਂ ਸਿੱਧਾ ਸਰਵੇ ਮਾਰਕ ਬਾਰੇ ਪੁੱਛਿਆ ਜਾਂਦਾ ਹੈ, ਸਿੱਧਾ ਚੈਪਟਰ ਨੰਬਰ 4 'ਚ ਆਓਗੇ। ਠੀਕ ਹੈ ਜੀ। ਰੋਲ ਨੰਬਰ 32 ਵੀ ਹੈਗਾ ਜੀ, ਰੋਲ ਨੰਬਰ 33 ਸ਼ਾਇਦ ਹੈਗਾ। ਚਲੋ ਕਿਸੇ ਇੱਕ ਨਾਲ ਲਿਖ ਦਿਓ ਜਿਹੜਾ ਤੁਹਾਡੇ ਨਾਲ ਸੰਬੰਧਿਤ ਹੈਗਾ। ਠੀਕ ਹੈ ਨਾ ਜੀ,
ਦੋਹਾਂ ਦਾ ਹਵਾਲਾ ਦੇਣਾ, ਦੋਹਾਂ ਦਾ ਵੀ ਦੇ ਸਕਦੇ ਹੋ। ਰੂਲ ਨੰਬਰ 32 ਕਿਹੜੇ ਚ ਹੈ ਜੀ? ਕੌਣ ਭਾਜੀ ਦੱਸੋ ਦੁਬਾਰਾ। ਲੈਂਡ ਰੈਵਨਿਊ ਐਕਟ 33 ਰਿਕਾਰਡ ਆਫ ਰਾਈਟ ਦੇ ਵਿੱਚ ਸਪੈਸ਼ਲ ਰੀਜ਼ਨ ਹੈ 33 33 ਹੈ ਜੀ, 32 ਨਹੀਂ ਹੈਗਾ। 33 ਹੈ 33 ਹਾਂ ਠੀਕ ਹੈ ਜੀ, ਕੋਈ ਨਹੀਂ, ਇੱਕ ਦੇ ਦਿਓ, ਕੋਈ ਵੀ ਦੇ ਦਿਓ। ਅੱਗੇ ਹੈਗਾ ਜੀ ਗੈਰ ਮਰੂਸੀ। ਗੈਰ ਮਰੂਸੀ ਕਿੱਥੋਂ ਲਓਗੇ ਦੱਸੋ ਜੀ? ਗੈਰ ਮਰੂਸੀ ਅਰੇ ਟੈਂਡੈਂਸੀ ਜੀ ਚਲ ਗਿਆ ਜੀ। ਹਾਂ ਚਲਾ ਗਿਆ ਟੈਂਡੈਂਸੀ ਦੇ ਵਿੱਚ, ਪਰ ਇੱਥੇ ਆਪਣੇ ਕੋਲ ਕਿਤੇ ਹੈ, ਕਿਤੇ ਗਿਰਦਾਵਰੀ ਦੇ ਚੈਪਟਰ 'ਚ ਹੈਗਾ, 9 ਚੈਪਟਰ ਦੇ ਵਿੱਚ। ਜਿੱਥੇ ਤੁਹਾਨੂੰ ਕਿਤੇ ਨਾ ਚੈਪਟਰ ਉਹ ਸੈਕਸ਼ਨ ਕੋਈ ਲੱਭੇ ਨਾ ਜੀ, ਤਾਂ ਬੁੱਕ ਦਾ ਹਵਾਲਾ ਦੇ ਦਿਓ ਬਸ, ਕਿਸੇ ਦਾ ਬੁੱਕ ਦਾ ਹਵਾਲਾ ਦਿਓ, ਆਪੀ ਲੱਭੀ ਜਾਏਗਾ ਇਜ਼ਾਮੀਦਾਰ। ਠੀਕ ਹੈ, ਤੁਸੀਂ ਇੱਥੇ ਲਿਖ ਦਿਓ ਆਪਦੇ ਵੱਲੋਂ, ਆਨਸਰ ਜ਼ਰੂਰ ਲਿਖ ਦਿਓ, ਆਨਸਰ ਨਹੀਂ ਛੱਡਣਾ ਹੈਗਾ। ਤੁਹਾਨੂੰ ਹੁਣ ਪਤਾ ਹੀ ਹੈ ਗੈਰ ਮਰੂਸੀ ਕੀ ਹੁੰਦਾ ਹੈ। ਜਿਹੜਾ ਮਾਲਕ ਨਹੀਂ ਹੁੰਦਾ ਪਰ ਜ਼ਮੀਨ ਕਾਸ਼ਤ ਕਰ ਰਿਹਾ ਹੁੰਦਾ ਹੈ, ਗੈਰ ਮਰੂਸੀ। ਇਹ ਬੁੱਕ ਪੂਰੀ ਲਿਖਣੀ, ਲੈਂਡ ਕਾਰਡ ਮੈਨੂਅਲ ਪਹਿਰਾ ਇੰਨਾ ਲਿਖਣਾ ਹੈ, ਉਹਦਾ ਸਭ ਪਿੱਛੇ ਜੇ ਤੁਹਾਨੂੰ ਦੇਖੋ ਪੈਰਾ ਜਿੱਦਾਂ ਤੁਹਾਨੂੰ ਪਤਾ ਹੈ, ਫਿਰ ਤਾਂ ਪਾਰਟੀਕੂਲਰ ਲਿਖੋਗੇ। ਜਿੱਥੇ ਕਿਤੇ ਨਹੀਂ ਮਿਲਦਾ ਹੈਗਾ ਤਾਂ ਤੁਸੀਂ ਬੁੱਕ ਦਾ ਨਾਮ ਲਿਖ ਦਿਓ, ਤੇ ਲੈਂਡ ਕਾਰਡ ਦਾ ਅੱਗੇ ਆਨਸਰ ਲਿਖ ਦਿਓ, ਹੋਰ ਕੀ ਹੈ। ਟਾਈਮ ਜ਼ਿਆਦਾ ਇੰਨਾ ਵੇਸਟ ਨਾ ਕਰੋ ਵੀ ਤੁਸੀਂ ਇਕੱਲਾ 1-2 ਨੰਬਰ ਦੇ ਕੁਐਸਚਨ ਨੂੰ ਕਰਨ ਦੇ ਲਈ ਤੁਸੀਂ ਬੁੱਕ ਦੇ ਲਈ ਅੱਧਾ ਘੰਟਾ ਖਰਾਬ ਕਰ ਦੋ। ਠੀਕ ਹੈ ਨਾ? ਹਾਂਜੀ ਬਿਲਕੁਲ ਠੀਕ। ਹਾਂ ਗੈਰ ਮਰੂਸੀ ਦਾ ਬਸ ਗੈਰ ਮਰੂਸੀ ਸਰ ਨਜਾਇਜ਼ ਕਬਜ਼ਾ ਹੁੰਦਾ ਜੀ, ਗੈਰ ਮਰੂਸੀ ਨੈਚੁਰਲੀ ਹੈ, ਜਿਹੜਾ ਆਲੇ ਨੂੰ ਨਹੀਂ ਦਿੰਦਾ ਕੁਛ। ਠੀਕ ਹੈ ਸਰ। ਉਹਦਾ ਮਤਲਬ ਨੈਕਸਟ ਚਲੋ ਜੀ, 7.25 ਹੈ ਜੀ, ਕੁਝ ਲਿਖਿਆ ਵਗੈਰ 7.25 7.25 ਤੇ 7.41 ਉਹ ਗੈਰ ਹਾਜ਼ਰ ਮਾਰਕ ਐਬਸੈਂਟੀ ਆ। ਇਹ ਤਾਂ ਐਬਸੈਂਟੀ ਹੈ, ਟ੍ਰੀਟਮੈਂਟ ਰਾਈਟ ਆਫ ਐਬਸੈਂਟੀਜ਼। ਗੈਰ ਦਾਖਲਕਾਰ 7.41 ਇਹ ਤਾਂ ਰਾਈਟਸ ਆਫ ਦਾ ਐਬਸੈਂਟੀਜ਼ ਕਿਹਾ ਹੈ, ਜਿਹੜੇ ਐਬਸੈਂਟ ਨੇ ਬੰਦੇ ਉਹਨਾਂ ਦੇ ਰਾਈਟਸ ਕੀ ਹੁੰਦੇ ਨੇ। ਛੱਡੋ ਜੀ, ਇਸ ਨੂੰ ਜ਼ਿਆਦਾ ਟਾਈਮ ਖਰਾਬ ਨਾ ਕਰੋ, ਇਸ ਤੇ ਆਪਦਾ ਆਨਸਰ ਲਿਖ ਦਿਓ ਚੁੱਪ ਕਰਕੇ ਬਸ। ਇਹਦੇ ਦੱਸਿਆ ਤੁਸੀਂ ਗੈਰ ਮਾਲਕਨ ਕੌਣ ਹੁੰਦੇ, ਗੈਰ ਕਾਬਜ਼ ਕੌਣ ਹੁੰਦੇ ਨੇ, ਇਹਦੇ ਬਾਰੇ ਉਹ ਜੀ ਜ਼ਿਆਦਾ ਜਗ੍ਹਾ ਲਿਖਿਆ 7.41 ਦੇ ਵਿੱਚ। ਠੀਕ ਹੈ, ਨੈਕਸਟ ਚਲੋ ਜੀ, ਰਿਕਾਰਡ ਆਫ ਰਾਈਟ ਐਕਸਪਲੇਨ ਆਲ ਦ ਕਾਲਮਸ ਆਫ ਜਮਾਬੰਦੀ। ਇਹ ਜਮਾਬੰਦੀ ਆ ਗਈ, ਦੇਖੋ ਸਿੰਪਲ ਜੀ ਗੱਲ ਹੈ ਜੀ। ਲੈਂਡ ਰੈਵਨਿਊ ਐਕਟ ਦਾ ਦੇਵਾਂਗੇ ਆਪਣਾ ਰਿਕਾਰਡ ਆਫ ਰਾਈਟ। ਸੈਕਸ਼ਨ 31 7.41 ਵੀ ਹੈਗਾ, 741 ਚ ਵੀ ਆਉਂਦਾ ਹੈ, 7.41 ਚ ਵੀ ਆਉਂਦਾ ਜੀ ਜਮਾਬੰਦੀ। ਜ਼ਿਆਦਾ ਵਧੀਆ ਲੈਂਡ ਰੈਵਨਿਊ ਐਕਟ ਦੇ ਅਕੋਰਡਿੰਗਲੀ ਲਿਖਿਆ ਠੀਕ ਰਹੂਗਾ ਸਰ, ਲੈਂਡ ਕਾਰਡ ਮੈਨੂਅਲ ਨਾਲੋਂ। 31 ਚ ਜੀ ਸਰ। ਲੈਂਡ ਕੋਡ ਮੈਨੂਅਲ ਤਾਂ ਬਹੁਤ ਲੰਮਾ ਚੌੜਾ ਹੈਗਾ, ਤੁਸੀਂ ਇੰਨਾ ਲਿਖਦੇ ਤੁਸੀਂ ਲੈਂਡ ਕੋਡ ਮੈਨੂਅਲ ਦੇ ਵਿੱਚ ਤਾਂ ਬਹੁਤ ਲੰਮਾ ਚੌੜਾ ਹੈ। ਤਾਂ ਤੁਹਾਡਾ ਜੇ ਇੰਨਾ ਟਾਈਮ ਤੁਸੀਂ ਇਹਦੇ ਲਿਖਣ ਲੱਗੇ ਤਾਂ ਤੁਹਾਡਾ ਤਾਂ ਇਹ 3 ਕੁਐਸਚਨ ਦਾ ਜਿਹੜਾ ਟਾਈਮ ਹੈ ਵੇਸਟ ਹੋ ਜਾਏਗਾ, ਜੀ ਸਰ। ਹੈ ਨਾ। ਜਾਂ ਫਿਰ 7.40 ਦੇ ਵਿੱਚ ਹੈਗਾ ਜਮਾਬੰਦੀ, ਫਾਰਮ ਆਫ ਜਮਾਬੰਦੀ ਹੈਗਾ, ਸੈਕਸ਼ਨ ਹੈਗੀਆਂ ਨੇ, ਜਾਂ ਸੈਕਸ਼ਨ 31 ਹੈਗਾ ਰਿਕਾਰਡ ਆਫ ਰਾਈਟਸ ਡਾਕੂਮੈਂਟਸ। ਮੇਰੇ ਖਿਆਲ ਇਹ ਜ਼ਿਆਦਾ ਰੈਲੀਵੈਂਟ ਹੋਏਗਾ, ਕਿਉਂਕਿ ਜਿਹੜਾ ਐਕਟ ਹੈਗਾ, ਐਕਟ ਸਭ ਤੋਂ ਵੱਧ ਜਿਹੜੀ ਇੰਪੋਰਟੈਂਸ ਉਹਦੀ ਵੇਟੇਜ ਹੁੰਦੀ ਹੈ। ਠੀਕ ਹੈ ਜੀ। 31 ਇਹ ਦੇਖੋ ਤੁਹਾਡਾ 10 ਨੰਬਰ ਦਾ ਕੁਐਸਚਨ ਹੈ, ਇਹ ਤੁਸੀਂ ਪੂਰਾ ਦਾ ਪੂਰਾ ਲਿਖ ਸਕਦੇ ਹੋ, 31 ਸੈਕਸ਼ਨ ਪੂਰਾ ਦਾ ਪੂਰਾ। 31 ਲਿਖ ਕੇ ਉਹਦੇ ਵਿੱਚ ਇਹ ਵੀ ਪਾ ਦਾਂਗੇ ਵੀ 7.40 ਜਿਹੜਾ ਲੈਂਡ ਰੈਵਨਿਊ ਇੱਕ ਲਾਈਨ ਭਾਵੇਂ ਲਿਖ ਦਿਓ। ਉਹਦੇ ਲਿਖੋ, ਉਹਦੇ ਕਾਲਮ ਜਿਹੜੇ ਹੈਗੇ ਸਾਰੇ ਉੱਥੇ ਦਿੱਤੇ ਪਏ ਹੈ। ਠੀਕ ਹੈ ਜੀ, 741 ਦਾ ਵੇਰਵਾ ਨਾ ਦੇ ਦਿਓ, ਤੇ ਉਹਦੇ ਚ ਲਿਖ ਦਿਓ ਵੀ ਸਾਰੇ ਜਿਹੜੇ ਕਾਲਮ ਹੈਗੇ ਆ ਜਮਾਬੰਦੀ ਦੇ ਰਿਕਾਰਡ ਆਫ ਰਾਈਟਸ ਦੇ ਇੰਨੇ ਕਾਲਮ ਹੁੰਦੇ ਆ, ਤੇ ਜਿਨ੍ਹਾਂ ਦੇ ਬਾਰੇ ਜਿਹੜੀ ਬਰੀਫ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਰੀ ਪਹਿਲਾਂ 7.41 ਦੇ ਵਿੱਚ ਦਿੱਤੀ ਗਈ ਹੈ ਲੈਂਡ ਰੈਵਨਿਊ
ਲੈਂਡ ਰਿਕਾਰਡ ਮੈਨੂਅਲ ਦੇ ਵਿੱਚ। ਅੱਗੇ ਚਲੋ ਜੀ, ਕੁਐਸਚਨ ਨੰਬਰ 7 ਇਹ ਹੈਗਾ ਐਕਸਪਲੇਨ। ਉਹੀ 2-2 ਨੰਬਰ ਦੇ 5 ਕੁਐਸਚਨ ਨੇ, 2-2 ਨੰਬਰ ਦੇ। ਖਾਲੀ, ਬੰਜਰ ਜਦੀਦ, ਬੰਜਰ ਕਦੀਮ, ਗੈਰ ਮੁਮਕਨ ਤੇ ਰਕਬਾ ਮਜ਼ਰੂਆ। ਹੁਣ ਦੇਖੋ, ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਸਮਝੋ ਵੀ ਇਹ ਕਿਹੜੀ ਬੁੱਕ ਦੇ ਨਾਲ ਸੰਬੰਧਿਤ ਹੋ ਸਕਦਾ ਹੈ ਤੇ ਕਿਹੜੇ ਚੈਪਟਰ ਨਾਲ ਸੰਬੰਧਿਤ ਹੋ ਸਕਦਾ ਹੈ। ਖਾਲੀ ਵੀ ਲਿਖਿਆ ਹੈ, ਖਾਲੀ ਕੀ ਹੁੰਦਾ ਹੈ, ਬੰਜਰ ਜਦੀਦ ਕੀ ਹੁੰਦਾ ਹੈ, ਬੰਜਰ ਕਦੀਮ ਕੀ ਹੁੰਦਾ ਹੈ, ਗੈਰ ਮੁਮਕਨ ਕੀ ਹੁੰਦਾ ਤੇ ਰਕਬਾ ਮਜ਼ਰੂਆ ਕੀ ਹੁੰਦਾ ਹੈ। ਆਪਾਂ ਉਸ ਵਿੱਚ ਕਿਹੜੇ ਇਸ ਨਾਲ ਚੈਪਟਰ ਨਾਲ ਸੰਬੰਧ ਰੱਖਾਂਗੇ, ਇਸ ਨੂੰ ਕਿਹੜੀ ਬੁੱਕ ਨਾਲ ਸੰਬੰਧਿਤ ਦੇਖਾਂਗੇ। ਦੇਖੋ, ਸਾਡਾ ਜਿਹੜਾ ਗਰਦਾਵਰੀ ਦਾ ਜਿਹੜਾ ਚੈਪਟਰ ਹੈ, ਸਾਡਾ 9 ਚੈਪਟਰ ਹੈਗਾ, ਠੀਕ ਹੈ। ਚੈਪਟਰ ਨੰਬਰ 9 ਲੈਂਡ ਰਿਕਾਰਡ ਮੈਨੂਅਲ ਦਾ, ਲੈਂਡ ਰਿਕਾਰਡ ਮੈਨੂਅਲ ਦਾ ਚੈਪਟਰ 9 ਅਸੀਂ ਲੈ ਲਾਂਗੇ। ਉਹਦੇ ਵਿੱਚੋਂ ਸਾਰੀਆਂ ਡੈਫੀਨੇਸ਼ਨ ਦੇ ਵਿੱਚ ਆ ਜਾਣਗੀਆਂ ਉਹਦੇ। ਪੁਆਇੰਟ 2 ਤੇ ਹਾਂਜੀ 9.2 9.2 11 ਹੈ ਜੀ। ਦੱਸੋ ਜੀ ਕਿਹੜਾ ਪੈਦਾ ਹੈਗਾ। ਸਰ 9.2 ਚਾਹੀਦਾ। 9.2 ਦਾ 11 ਤੇ 12 ਬਿਲਕੁਲ ਠੀਕ ਹੈ ਜੀ। 7.53 ਵੀ ਆ ਸਕਦਾ ਜੀ। ਲੈਂਡ ਵਿੱਚ ਜੇ ਨਾਟ ਕਲਟੀਵੇਟਡ ਗੈਰ ਮੁਮਕਿਨ ਹੈ ਜਿਵੇਂ ਜੀ। 7 ਚੈਪਟਰ ਕਾਹਦਾ ਹੈ? ਇਹ ਸਰ ਫੋਲੋ ਰਾਈਟ ਹੈ ਸਰ। ਦੇਖੋ, ਆਪਾਂ ਨੂੰ ਰੈਲੀਵੈਂਟ ਚੈਪਟਰ ਜਾਣਾ ਚਾਹੀਦਾ ਹੁੰਦਾ ਹੈ। ਠੀਕ ਹੈ ਸਰ। ਇਹ ਦੇਖੋ, ਇਹ ਲੈਂਡ ਦੀਆਂ ਕਿਸਮਾਂ ਨੇ ਸਾਰੀਆਂ। ਖਾਲੀ ਵੀ ਲੈਂਡ ਦੀ ਕਿਸਮ ਹੈ, ਬੰਜਰ ਜਦੀਦ ਦੀ ਵੀ ਲੈਂਡ ਦੀ ਕਿਸਮ ਹੈ, ਬੰਜਰ ਕਦੀਮ। ਉਹ ਜਿਹੜਾ ਸਾਡਾ ਚੈਪਟਰ 7 ਹੈਗਾ, ਉਹ ਸਾਡਾ ਜਮ੍ਹਾਂ ਹੁੰਦੀ ਦੇ ਰਿਗਾਰਡਿੰਗ ਹੈ। ਸਾਨੂੰ ਸਪੈਸ਼ਲ ਚੈਪਟਰ ਦਿੱਤਾ ਗਿਆ ਗਰਦੌਰੀ ਦੇ ਵਿੱਚ, ਸਾਨੂੰ ਇਸ ਚੈਪਟਰ 'ਚੋਂ ਡੀਲ ਕਰਨਾ ਚਾਹੀਦਾ ਹੈ। ਕਿਉਂਕਿ ਜਿਹੜਾ ਐਗਜ਼ਾਮੀਨਰ ਨੇ ਕੰਸਰਨ ਸਭ ਤੋਂ ਪਹਿਲਾਂ ਜਿਹੜਾ ਵੇਟੇਜ ਹੈਗੀ ਆ ਉਸ ਸੈਕਸ਼ਨ ਨੂੰ ਦੇਣੀ ਹੈ, ਉਸ ਬੁੱਕ ਨੂੰ ਦੇਣੀ ਹੈ ਜਿਸ ਬੁੱਕ ਨਾਲ ਇਹ ਕੁਐਸਚਨ ਦੀ ਰੈਲੀਵੈਂਸੀ ਹੈ। ਜੇ ਸਾਨੂੰ ਉੱਥੋਂ ਨਹੀਂ ਮਿਲਦਾ ਤਾਂ ਅਸੀਂ ਜਾ ਕੇ ਉੱਧਰ ਦੇਖਾਂਗੇ। ਦੱਸੋ ਜੀ, ਖਾਲੀ ਹੁਣ ਆਪਾਂ ਕੱਲ ਪਰਸੋਂ 2-3 ਦਿਨ ਪਹਿਲਾਂ ਡਿਸਕਸ ਕੀਤਾ ਸੀਗਾ, ਕਿੰਨੀ ਦੇਰ ਕੋਈ ਜ਼ਮੀਨ ਖਾਲੀ ਰਹਿ ਜਾਂਦੀ ਹੈ ਤਾਂ ਉਹ ਬੰਜਰ ਜਦੀਦ ਬਣਦੀ ਹੈ। ਕਹਿੰਦਾ ਚੌਥੀ ਫੈਕਟਰੀ ਸਰ ਬੰਜਰ ਤਿੰਨ ਫਸਲਾਂ ਖਾਲੀ ਬੰਜਰ ਹਾਂਜੀ, 3 ਫਸਲਾਂ ਖਾਲੀ ਰਹਿਣ ਤਾਂ ਜੀ ਬੰਜਰ ਜਦੀਦ, ਉਸ ਤੋਂ ਬਾਅਦ ਫਿਰ 3 ਫਸਲਾਂ ਖਾਲੀ ਰਹਿਣ ਤੇ ਬੰਜਰ ਕਦੀਮ। 8ਵੀਂ ਫਸਲ ਜਾ ਕੇ ਨਹੀਂ ਰੋਂਗ ਹੈਗਾ। ਹੋਰ ਦੱਸੋ ਜੀ, ਕੋਈ ਤੁਸੀਂ ਤੁਹਾਡੇ ਤੋਂ ਇਲਾਵਾ ਕੋਈ ਹੋਰ ਦੱਸੋ ਜੀ। ਬੰਜਰ ਜਦੀਦ ਕਦੋਂ ਮੰਨਦੀ ਹੈ ਕੋਈ ਲੈਂਡ? ਸਰ 3 ਫਸਲਾਂ ਖਾਲੀ ਰਹਿਣ ਤੇ ਚੌਥੀ ਬੰਜਰ ਉਹਨੇ ਸਰ ਬੰਜਰ ਜੀ। ਇੱਕ ਮਿੰਟ ਜੀ, ਬੋਲਣ ਦੋ, ਹੋਰ ਨੂੰ ਬੋਲਣ ਦੋ ਜੀ। ਬੰਜਰ ਕਦੀਮ ਹਾਂਜੀ, ਕੌਣ ਬੋਲ ਰਹੇ ਸੀਗੇ? ਵਰਿੰਦਰ ਜੀ, ਤੁਸੀਂ ਮਿਥਲੇਸ਼ ਜੀ ਬੋਲੋ। ਸਰ 4 ਨੰਬਰ ਚੌਥੀ ਫਸਲ और 8ਵੀਂ ਫਸਲ ਜਿਹੜੀ ਹੈ, ਚੌਥੀ ਫਸਲ ਤੇ ਜਾ ਕੇ ਬੰਜਰ ਜਦੀਦ, 8ਵੀਂ ਫਸਲ ਕੀ ਹੈ ਬੰਜਰ ਜਦੀਦ। ਮਤਲਬ ਇਹ ਹੈਗਾ 3 ਫਸਲਾਂ ਲਗਾਤਾਰ ਕੋਈ ਜ਼ਮੀਨ ਖਾਲੀ ਰਹਿ ਜਾਵੇ, ਚੌਥੀ ਫਸਲ ਤੇ ਜਾ ਕੇ ਬੰਜਰ ਜਦੀਦ ਬਣ ਜਾਂਦੀ ਹੈ। ਠੀਕ ਹੈ। ਜਦੋਂ ਰੈਗੂਲਰ 4 ਫਸਲਾਂ ਬੰਜਰ ਜਦੀਦ ਚੱਲਦੀ ਰਹੇ, ਰੈਗੂਲਰ 4 ਫਸਲਾਂ ਬੰਜਰ ਜਦੀਦ ਚੱਲਦੀ ਰਹੇ, ਠੀਕ ਹੈ, ਤਾਂ ਪੰਜਵੀਂ ਫਸਲ ਤੇ ਜਾ ਕੇ ਫਿਰ ਉਹ ਬੰਜਰ ਕਦੀਮ ਬਣ ਜਾਂਦੀ ਹੈ। ਇਹਦਾ ਮਤਲਬ ਇਹ ਹੈਗਾ ਵੀ ਚੌਥੀ ਫਸਲ ਤੇ ਬੰਜਰ ਜਦੀਦ ਤੇ 8ਵੀਂ ਫਸਲ ਤੇ ਜਾ ਕੇ ਬੰਜਰ ਕਦੀਮ ਬਣ ਜਾਂਦੀ ਹੈ। ਬਿਲਕੁਲ ਠੀਕ ਹੈ। ਠੀਕ ਹੈ ਜੀ, ਨੋਟ ਕਰ ਲਓ ਜੀ।
ਸਰ ਰੂਲ ਨੰਬਰ ਹੈ ਜੀ। ਰੂਲ ਇਹ ਤਾਂ ਇਹਨੇ ਸਾਡੇ ਤੋਂ ਇਹ ਪੁੱਛਿਆ ਹੈ, ਇਹ ਤਾਂ ਸਾਡੇ ਤੋਂ ਇਹਨੇ ਪੁੱਛਿਆ ਵੀ ਬੰਜਰ ਜਦੀਦ ਬਣਦੀ ਕਿਵੇਂ ਹੈ। 9.211 ਇਹ ਮੈਂ ਬੰਜਰ ਜਦੀਦ ਕਿਉਂ ਬਣਦੀ ਹੈ ਇਹ ਨਹੀਂ ਪੁੱਛਿਆ ਗਿਆ ਇਹਦੇ ਵਿੱਚ। ਇੱਥੇ ਪੁੱਛਿਆ ਨੇ ਬੰਜਰ ਜਦੀਦ ਹੁੰਦੀ ਕੀ ਹੈ, ਚਲੋ ਠੀਕ ਹੈ ਦੇ ਦਿਓ, ਇੱਥੋਂ ਪਹਿਲਾਂ ਦੇ ਦਿਓ। ਪਰ ਇਹ ਜਿਹੜੇ ਹੈਗੇ ਨੇ ਇਹ ਤੁਹਾਡੇ ਕੋਲੇ ਰੂਲ ਵੀ ਹੈਗੇ, ਸੈਕਸ਼ਨ ਆਪਣਾ ਸਟੈਂਡਿੰਗ ਆਰਡਰ ਨੰਬਰ 30 ਦੇ ਵਿੱਚ ਹੈਗਾ ਕਲਰ ਥੂਰ ਸੇਮ ਰੂਲਸ, ਕਲਰ ਥੂਰ ਸੇਮ ਦੇ ਇੱਕ ਰੂਲ ਹੈਗੇ ਆ, ਉਹਦੇ ਵਿੱਚ ਵੀ ਇਹਦੀ ਡੈਫੀਨੇਸ਼ਨ ਆ ਜਾਂਦੀ ਹੈ। ਠੀਕ ਹੈ ਜੀ, ਇਹ ਹੋਇਆ ਖਾਲੀ ਹੋ ਗਿਆ, ਬੰਜਰ ਜਦੀਦ ਹੋਇਆ, ਬੰਜਰ ਕਦੀਮ ਹੋ ਗਿਆ। ਗੈਰ ਮੁਮਕਿਨ ਪਤੀ ਹੈ ਤੁਹਾਨੂੰ ਸਾਰਿਆਂ ਨੂੰ, ਰਕਬਾ ਮਜ਼ਰੂਆ, ਰਕਬਾ ਮਜ਼ਰੂਆ ਇਹਦੇ ਵਿੱਚ ਹੀ ਕਵਰ ਹੁੰਦਾ, ਸਾਰਾ ਕੁਝ ਕਵਰ ਹੋ ਜਾਂਦਾ ਜੀ ਪੈਰਾ 9.2 ਦੇ ਵਿੱਚ। ਠੀਕ ਹੈ ਜੀ, ਨੈਕਸਟ ਅੱਗੇ ਚੱਲਦੇ ਹਾਂ। Question number 8. What are the instructions for the prevention of error in Khasra Gardawri register? What is Halat Dehi? What are the instructions for the prevention of error in Khasra Gardawri? ਵੀ ਖਸਰਾ ਗਰਦਾਵਰੀ ਦੇ ਰਜਿਸਟਰ ਵਿੱਚ ਕੋਈ ਸਾਡੀ ਗਲਤੀ ਨਾ ਹੋਵੇ, ਇਹਦੇ ਲਈ ਕੀ ਸਾਨੂੰ ਧਿਆਨ ਚ ਰੱਖਣਾ ਚਾਹੀਦਾ, ਕਿਹੜੀਆਂ ਕਿਹੜੀਆਂ ਹਦਾਇਤਾਂ ਹੁੰਦੀਆਂ ਨੇ। What are the instructions for the prevention of error? 9.9 ਲੈਂਡ ਬੋਰਡ in Khasra Gardawri register? ਦੱਸੋ ਜੀ। 9.9 ਸਰ ਲੌਂਗ ਕੋਡ ਮੈਂ ਨੋਟ ਕਰ ਲਓ ਜੀ। ਸਰ ਜਿਹੜੇ ਵੀ ਨਾਲ ਲਿਖਿਆ ਬਾਟੇ ਚ ਹਾਲਾਤ ਦੇ ਹੀ ਸਟੇਟਮੈਂਟ ਐਲੋਬਰੇਟ। ਹਾਂ, ਇਹ ਆਪਾਂ ਪੜਾਇਆ ਸੀਗਾ, ਤੁਹਾਨੂੰ ਸ਼ਾਇਦ ਯਾਦ ਹੋਵੇਗਾ। ਹਾਲਾਤ ਦੇਹੀ ਬਾਰੇ ਵੀ ਪੜਾਇਆ ਸੀ ਮੈਨੇ, ਨਕਸ਼ਾ ਮਿੰਜੁਮਲੀ ਬਾਰੇ ਵੀ ਪੜਾਇਆ ਸੀਗਾ, ਪਰ ਉਹ ਪੜਿਆ ਸੀ ਆਪਾਂ ਉਧਰ ਕਿੱਥੇ ਪੜਿਆ ਸੀਗਾ, ਸਟੈਂਡਿੰਗ ਆਰਡਰ ਚ ਪੜਿਆ ਸੀ ਸ਼ਾਇਦ, ਅਲੂਵੀਅਨਸ ਐਂਡ ਡਿਲੀਵੀਅਨਸ ਸਟੈਂਡਿੰਗ ਆਰਡਰ ਚ ਪੜਿਆ ਸੀਗਾ। ਹਾਲਾਤ ਦੇਹੀ, what is ਹਾਲਾਤ ਦੇਹੀ ਸਟੇਟਮੈਂਟ, ਰੋਜ਼ਨਾਮੇ ਦੇ ਅੱਗੇ ਲੱਗਦਾ ਜੀ ਇਹ ਹਾਲਾਤ ਦੇਹੀ ਸਟੇਟਮੈਂਟ ਇਲੈਬੋਰੇਟ। ਇਹਨੇ ਵਿੱਚ ਖਾਸਾ ਕਦਰ ਦੇ ਨਾਲ ਕਿਵੇਂ ਇਹਨੂੰ ਰੈਲੀਵੈਂਟ ਕਰ ਦਿੱਤਾ, ਇਹ ਨਹੀਂ ਸਮਝ ਆਈ ਮੈਨੂੰ। ਹਾਲਾਤ ਦੇਹੀ ਆਉਂਦਾ ਪਿੰਡ ਦੇ ਹਾਲਾਤ ਕੀ ਨੇ, ਨਕਸ਼ਾ ਹਾਲਾਤ ਦੇਹੀ ਜਿਵੇਂ ਰੋਜ਼ਨਾਮੇ ਦੇ ਮੂਹਰੇ ਲੱਗਦਾ ਹੁੰਦਾ ਨਾ ਜੀ। ਪੈਰਾ 8.121 ਸ਼ਾਇਦ ਆਏਗਾ, 8.121 ਆਈ ਥਿੰਕ ਸੋ, ਮੇਰੇ ਖਿਆਲ ਦੇਖੋ ਜਰਾ 8.121 ਚ ਆਉਂਦਾ ਹੈ। ਆਊਟ ਆਈ 9.11 ਏ 9/11 ਹਾਂਜੀ ਹਾਂਜੀ ਬਸ ਠੀਕ ਹੈ ਜੀ, ਨੋਟ ਕਰ ਲਓ। ਪਰ ਇਹ ਹੈ ਵੀ ਇਹੀ ਚੀਜ਼ ਦੁਬਾਰਾ ਤੁਹਾਨੂੰ ਖਾਲੀ ਪੇਪਰ ਹੀ, ਮਤਲਬ ਕਿ ਇਹ ਇੱਕ ਵਾਰੀ ਇੱਥੋਂ ਦੀ ਤੁਸੀਂ ਦੇਖ ਲਿਆ, ਫਿਰ ਤੁਹਾਨੂੰ ਮੇਨ ਤਾਂ ਇਹੀ ਹੈ ਵੀ ਕੁਐਸਚਨ ਪੇਪਰ ਤੁਹਾਡੇ ਕੋਲ ਬਲੈਂਕ ਰਹਿਣਾ ਚਾਹੀਦਾ ਹਰ ਟਾਈਮ। ਤੁਹਾਡੇ ਕੁਐਸਚਨ ਪੇਪਰ ਤੇ ਇਹ ਕੋਈ ਪਹਿਲੇ ਲਿਖੇ ਹੀ ਨਹੀਂ ਹੋਣੇ ਚਾਹੀਦੇ। ਠੀਕ ਹੈ ਜੀ, ਜੇ ਕੁਐਸਚਨ ਪੇਪਰ ਬਲੈਂਕ ਹੋ ਗਿਆ ਤਾਂ ਵਾਰ-ਵਾਰ ਤੁਸੀਂ ਰਿਵੀਜ਼ਨ ਕਰੋਗੇ ਤਦ ਹੀ ਬੈਨੀਫਿਟ ਹੋ ਸਕਦਾ, ਨਹੀਂ ਤਾਂ ਫਿਰ ਜੇ ਇੱਥੋਂ ਇੱਕ ਵਾਰੀ ਕੁਐਸਚਨ ਪੇਪਰਾਂ ਤੇ ਤੁਸੀਂ ਨੋਟ ਕਰ ਲਿਆ ਤੇ ਫਿਰ ਤੁਸੀਂ ਵਾਰ-ਵਾਰ ਇਹੀ ਦੇਖੀ ਜਾਓਗੇ, ਫਿਰ ਤੁਹਾਨੂੰ ਕੁਐਸਚਨ ਪੇਪਰ 'ਚ ਥੋੜੀ ਮੁਸ਼ਕਲ ਆ ਜਾਂਦੀ ਹੈ। ਬਿਲਕੁਲ ਠੀਕ ਹੈ ਸਰ ਕੁਐਸਚਨ ਪੇਪਰ ਦੇ ਉੱਪਰ ਪੈਰਾ ਲਿਖ ਸਕਦੇ ਹਾਂ ਪਹਿਲਾਂ, ਜਦੋਂ ਮੰਨ ਲਓ ਲੱਭ ਚ ਸਾਨੂੰ ਲਿਖ ਸਕਦੇ ਕਿ ਨਹੀਂ? ਹਾਂ ਲਿਖ ਸਕਦੇ ਹੋ, ਲਿਖਣ 'ਚ ਕੀ ਹੈ, ਤੁਹਾਡਾ ਡਾਕੂਮੈਂਟ ਹੈ ਤੁਹਾਡੇ ਕੋਲ ਹੈਗਾ, ਲਿਖ ਸਕਦੇ ਹੋ, ਇੱਥੇ ਕੋਈ ਪ੍ਰੋਬਲਮ ਨਹੀਂ ਲਿਖਣ 'ਚ। ਪਰ ਇਹ ਵੀ ਤੁਹਾਡਾ ਕੁਐਸਚਨ ਪੇਪਰ ਕਿਸੇ ਹੋਰ ਕੋਲ ਨਹੀਂ ਜਾਣਾ ਚਾਹੀਦਾ। ਠੀਕ ਹੈ, ਨੈਕਸਟ ਚਲੋ ਜੀ। ਡਿਫਾਈਨ ਸਰਵੇ ਨੰਬਰ ਸੇਮ ਪਿੰਡਾਂ ਵਾਲੇ ਹੈ ਹੈ ਜੀ, ਪਹਿਲਾਂ ਸੇਮ ਪਿੰਡਾਂ ਵਾਲੇ ਦਾ ਹਾਲਾਤ ਦੇਈ ਹੈ ਨਾ ਜੀ, ਬਾਕੀ ਆਪ ਤਾਂ ਨਹੀਂ ਹੁੰਦਾ। ਕੱਲਾ ਸੇਮ ਪਿੰਡਾਂ ਵਾਲੇ ਚ ਲਿਖਿਆ ਜੀ ਇਹ 9.11 ਆਊਟ ਲਾਦੇਹੀ ਬਾਰੇ। ਬਸ ਆਪਾਂ ਦੇਖੋ ਪਤਾ ਕੀ ਹੈ, ਜਿੱਥੇ ਸੇਮ ਆ ਜਾਂਦੀ ਹੈ ਜੀ। ਹਾਂ 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 ਉੱਥੇ
ਬਾਕੀ ਜ਼ਿਲ੍ਹੇ ਨਾਲ ਸੰਬੰਧਿਤ ਨਹੀਂ ਹੈ। ਮਤਲਬ ਹਾਲਾਤ ਦੇਖੀ ਦਾ ਮਤਲਬ ਪਤਾ ਕੀ ਹੁੰਦਾ ਹੈ ਨਾ, ਹਾਲਾਤ ਦੇਖੀ ਦਾ ਮਤਲਬ ਤਾਂ ਅਸਲ 'ਚ ਗੱਲ ਇਹ ਹੁੰਦੀ ਵੀ ਪਿੰਡ ਦੇ ਹਾਲਾਤ ਕੀ ਨੇ, ਕੈਸੇ ਹਾਲਾਤ ਨੇ। ਜਿਵੇਂ ਆਪਾਂ ਨੇ ਰੋਜ਼ਾਨਾ ਦੇ ਮੂਹਰੇ ਵੀ ਤਾਂ ਲੱਗਦਾ ਨਕਸ਼ਾ ਹਾਲਾਤ ਦੇ ਹੀ, ਨਕਸ਼ਾ ਮਿੰਜੁਮਲੀ ਲੱਗਦਾ ਹੈ, ਨਕਸ਼ਾ ਹਾਲਾਤ ਦੇ ਹੀ ਲੱਗਦਾ ਹੈ। ਪਿੰਡ ਦੀ ਸਥਿਤੀ ਕਿਹੋ ਜਿਹੀ ਹੈ, ਫਿਜ਼ੀਕਲ ਪੋਜੀਸ਼ਨ ਕਿਹੋ ਜਿਹੀ ਹੈ ਕਿਸੇ ਪਿੰਡ ਦੀ, ਕਿ ਉੱਥੇ ਬੁਰਦੀ ਬਰਾਮਦੀ ਹੁੰਦੀ ਰਹਿੰਦੀ ਹੈ ਜਾਂ ਨਹੀਂ ਹੁੰਦੀ ਰਹਿੰਦੀ, ਦਰਿਆ ਨੇੜੇ ਤੇੜੇ ਕੋਈ ਲੱਗਦਾ ਹੈ ਜਾਂ ਨਹੀਂ ਲੱਗਦਾ ਹੈਗਾ। ਜ਼ਿਆਦਾਤਰ ਤਾਂ ਇਹ ਉਹੀ ਗੱਲ ਆ ਗਈ ਵੀ ਜਿੱਥੇ ਬੁਰਦਗੀ ਬਰਾਮਦੀ ਜ਼ਿਆਦਾ ਹੁੰਦੀ ਰਹੇ ਉੱਥੇ ਪਿੰਡ ਦੇ ਜਿਹੜੇ ਹਾਲਾਤ ਨੇ ਉਹ ਬਦਲਦੇ ਰਹਿੰਦੇ। ਉੱਥੇ ਜਦੋਂ ਸੈਟਲਮੈਂਟ ਹੁੰਦੀ ਹੈ ਤਾਂ ਸੈਟਲਮੈਂਟ ਦੇ ਵਿੱਚ ਜਿਹੜਾ ਸੈਟਲਮੈਂਟ ਆਫਿਸਰ ਹੁੰਦਾ ਹੈ ਉਸ ਪਿੰਡ ਦੇ ਲਈ ਸਪੈਸ਼ਲ ਲਿਖਿਆ ਜਾਂਦਾ, ਨੋਟ ਹੁੰਦਾ ਵੀ ਇਹ ਜਿਹੜਾ ਪਿੰਡ ਹੈਗਾ ਇਹ ਕਿਹੜੀ ਕੈਟਾਗਰੀ 'ਚ ਆ ਜਾਂਦਾ ਹੈ, ਵੀ ਜਿਹੜੀ ਇੱਥੇ ਅਸੈਸਮੈਂਟ ਹੁੰਦੀ ਹੈ ਇਹ ਫਲਕਚੁਏਟ ਹੁੰਦੀ ਹੈ ਜਾਂ ਫਿਕਸ ਹੁੰਦੀ ਹੈ। ਨਕਸ਼ਾ ਹਾਲਾਤ ਇਹੀ ਤੇ ਹੀ ਡਿਪੈਂਡ ਕਰਦਾ ਵੀ ਕਿਹੜੇ ਪਿੰਡ ਨੇ ਜਿਹੜੇ ਜਿਨ੍ਹਾਂ ਦੀ ਅਸੈਸਮੈਂਟ ਹੈ ਉਹਦੇ ਡਿਪੈਂਡ ਕਰਦੀ ਹੈ ਪਿੰਡ ਦੇ ਹਾਲਾਤਾਂ ਦੇ ਉੱਪਰ। ਇਹ 9 ਪੁਆਇੰਟ ਤੁਹਾਡਾ ਹੈਗਾ ਸੀ 11 ਇਹ ਹਾਂਜੀ 9.11 ਇਹ ਹਾਂ। ਨੋ ਪ੍ਰੋਬਲਮ। ਨੈਕਸਟ ਅੱਗੇ ਚੱਲਦੇ ਹਾਂ ਜੀ। ਸਰਵੇ ਨੰਬਰ ਡੈਫੀਨੇਸ਼ਨ, ਸਰਵੇ ਨੰਬਰ ਦੀ ਐਕਸਪਲੇਨ 10 ਨੰਬਰ ਦਾ ਕੁਐਸਚਨ ਹੈ ਜੀ ਤੁਹਾਡਾ ਇਹ। ਦੇਖੋ ਸਰਵੇ ਬਾਰੇ ਪਹਿਲਾਂ ਗੱਲ ਕਰੀ ਸੀ ਆਪਾਂ ਵੀ ਕਿਹੜਾ ਚੈਪਟਰ ਡੀਲ ਕਰਦਾ ਹੈ, ਚੈਪਟਰ ਨੰਬਰ 4 ਜੀ। ਬਿਲਕੁਲ ਠੀਕ ਹੈ, ਚੈਪਟਰ ਨੰਬਰ 4 ਦੇ ਵਿੱਚੋਂ ਬਸ ਇਹ ਤੁਸੀਂ ਲਿਖ ਦਿਓ ਸਰਵੇ ਨੰਬਰ ਬਾਰੇ ਪਤਾ ਹੈ ਤੁਹਾਨੂੰ, ਨੰਬਰ ਖਸਰਾ ਕੀ ਹੁੰਦਾ ਹੈ। ਸਰਵੇ ਨੰਬਰ ਕਿਹੜਾ ਹੈਗਾ 4.1। ठीक है जी, हो जाएगा, एनी प्रॉब्लम? नेक्स्ट चलो जी, फर्द बदर क्वेश्चन नंबर 10 फर्द बदर 7.29 जी। ठीक है, बिल्कुल ठीक है। नाल लिख देना पैरा, नाल बुक का नाल लिखना जी, लैंड रिकॉर्ड मैनुअल। ਠੀਕ ਹੈ सेहत इंदराज ਇੱਥੇ ਨਾਲ ਦੇਖੋ ਤੁਹਾਡੇ ਲਿਖਿਆ ਨਾਲ ਇਸਨੇ ਕੁਐਸਚਨ ਨੰਬਰ 10 ਦੇ ਵਿੱਚ ਲਿਖ ਕੇ ਇਹਦਾ ਜਿਹੜਾ ਕੁਐਸਚਨ ਹੈ ਇਹ 5-5 ਨੰਬਰ ਦੇ ਕੁਐਸਚਨ ਨੇ ਦੋਹੇ। ਇਹ 2 ਨੰਬਰ ਨੂੰ ਸਮਝੋ ਇਸ ਨੂੰ ਵੀ 2 ਨੰਬਰ ਦਾ ਕੁਐਸਚਨ ਹੋਏਗਾ। ਇਹ ਕੁਐਸਚਨ ਹੈ 5-5 ਨੰਬਰ ਦੇ, ਫਰਦ ਬਦਰ ਤੇ ਸਿਹਤ ਇੰਦਰਾਜ। ਨਾਲ ਇਹਨੇ ਕਿਹਾ ਐਕਸਪਲੇਨ ਵਿਦ ਐਗਜ਼ਾਮਪਲਸ, ਨਾਲ ਤੁਸੀਂ ਐਗਜ਼ਾਮਪਲ ਦੇਣੀ ਹੈ। ਜਿਵੇਂ ਤੁਸੀਂ ਕੋਈ ਫਰਦ ਦਰਜ ਕਰਦੇ ਹੋ, ਛੋਟੀ ਜਿਹੀ ਫਰਦ ਦਾ ਐਗਜ਼ਾਮਪਲ ਦੇਣਾ, ਨਾਲ ਉਦਾਹਰਨ ਦੇਣੀ ਹੈ ਵੀ ਜੇ ਇਦਾਂ ਦੀ ਕੋਈ ਗਲਤੀ ਹੋਈ ਤਾਂ ਅਸੀਂ ਕਿਵੇਂ ਕਰੈਕਟ ਕਰਨੀ ਹੈ, ਜੇ ਇਦਾਂ ਦੀ ਕੋਈ ਗਲਤੀ ਹੋ ਜਾਏ ਤਾਂ ਅਸੀਂ ਉਹਨੂੰ ਕਿਵੇਂ ਕਰੈਕਟ ਕਰਨਾ ਹੈਗਾ। ਵੀ ਹੈਵ ਟੂ ਗਿਵ ਸਮ ਐਗਜ਼ਾਮਪਲ। ਉਹ ਜਿਹੜੀ ਮਰਜ਼ੀ ਤੁਸੀਂ ਦੇ ਸਕਦੇ ਹੋ, ਉਹ ਤੁਹਾਡੇ ਤੇ ਡਿਪੈਂਡ ਕਰਦੀ ਹੈ, ਜਿਵੇਂ ਤੁਸੀਂ ਕੰਮ ਕਰਦੇ ਹੋ ਉਹਦੇ ਅਕੋਰਡਿੰਗ ਐਗਜ਼ਾਮਪਲ ਦੇ ਸਕਦੇ ਹੋ। ਇਹ ਤਾਂ ਸਾਨੂੰ ਇਲਸਟ੍ਰੇਸ਼ਨਸ ਤਾਂ ਦਿੱਤੀਆਂ ਨਹੀਂ ਕਿਤੇ ਵੀ। ਨਹੀਂ, ਇਹ ਤਾਂ ਆਪਾਂ ਆਪਦੇ ਕੋਲ ਦੇਣੀ ਹੈ, ਹੁਣ ਆਪਾਂ ਕੰਮ ਤਾਂ ਰੋਜ਼ ਕਰਦੇ ਹਾਂ। ਐਕਸਪਲੇਨ ਵਿਦ ਐਗਜ਼ਾਮਪਲ ਕਿਹਾ ਇਸ ਨੇ ਨਾਲ ਆਨਸਰ ਕੁਐਸਚਨ ਦੇ ਵਿੱਚ, ਠੀਕ ਹੈ। ਹੁਣ ਫਰਕ ਬਦਲ ਰਿਹਾ, ਆਪਾਂ ਨੇ ਲਿਖ ਦੋ ਵੀ ਨੰਬਰ ਖਸਰਾ ਇਹ ਸੀਗਾ, ਜੇ ਗਲਤੀ ਨਾਲ ਇਹ ਹੋ ਜਾਵੇ ਤਾਂ ਤੁਸੀਂ ਥੱਲੇ ਆਨਸਰ ਲਿਖ ਦੋ ਵੀ ਅਸੀਂ ਕਰਨਾ ਕਰੈਕਸ਼ਨ, ਉਹਦੀ ਕਰੈਕਸ਼ਨ ਕਿਵੇਂ ਕਰਨੀ। ਇੰਤਕਾਲ ਦਾ ਖਾਤੇ ਦਾ ਹੋਣਾ ਨਾ, ਇੰਤਕਾਲ ਦਾ ਖਾਤਾ ਕੋਈ ਰਹਿ ਗਿਆ ਉਹਦੇ ਵਿੱਚ ਪਾ ਸਕਦੇ। ਉਹ ਚਲੋ ਉਹਦੀ ਗੱਲ ਆ ਗਈ। ਇਹ ਉੱਪਰ ਫਰਕ ਬਦਲ ਰਿਹਾ 729 ਦੇ ਵਿੱਚ, ਥੱਲੇ 7.567 ਦੀ 7.56 ਆ ਗਿਆ ਸਿਹਤ ਇੰਦਰਾਜ ਬਾਰੇ ਆ, ਠੀਕ ਹੈ। ਹਾਂ ਇਦਾਂ ਹਲਕੀ ਜਿਹੀ ਐਗਜ਼ਾਮਪਲ ਦੇ ਦਿਓ ਕੋਈ, ਜਿਹੜੀ ਆਪਾਂ ਰੂਟੀਨ 'ਚ ਆਪਾਂ ਯੂਜ਼ ਕਰਦੇ ਹਾਂ। ਉੱਥੇ ਤੁਹਾਨੂੰ ਇਹ ਨਹੀਂ ਪੂਰਾ ਸਕੈਚ ਬਣਾ ਕੇ ਦਿਖਾਉਣ ਦੀ ਲੋੜ ਨਹੀਂ ਹੈਗੀ, ਫਰਦ ਦਰਜ ਕਰਕੇ ਦਿਖਾਉਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਫਰਦ ਦਰਜ ਜੇ ਤੁਸੀਂ ਕਰਦੇ ਹੋ 7.29 ਚ ਤੁਸੀਂ ਫਰਦ ਦਾ ਜਿਹੜਾ ਇੰਡੈਕਸ ਹੈ ਉਹ ਬਣਾ ਕੇ ਦਿਖਾ ਸਕਦੇ ਹੋ। ਜਿਹੜੇ 5-6 ਕਾਲਮ ਹੁੰਦੇ ਆ ਫਰਦ ਦੇ, ਠੀਕ ਹੈ ਜੀ। ਕਾਲਮ 1 2 3 4 ਸਾਬਕਾ ਨੰਬਰ ਖਸਰਾ, ਨਵਾਂ ਨੰਬਰ ਖਸਰਾ, ਜਮ੍ਹਾਂਬੰਦੀ ਦੀ ਖੇਵੜ, ਸਾਬਕਾ ਤੇ ਹਾਲੀਆ, ਪੜ੍ਹਾਈ ਦੀ ਰਿਪੋਰਟ, ਕਾਨੂੰਗੋ ਦੀ ਰਿਪੋਰਟ, ਤਹਿਸੀਲਦਾਰ ਵੱਲ ਦੀ ਜਿਹੜੀ ਹੈਗੀ ਰਿਪੋਰਟ, ਇਹ ਤੁਸੀਂ ਕਾਲਮ ਦੇ ਸਕਦੇ ਹੋ ਉਹਦੇ ਵਿੱਚ ਫਰਦ ਦੇ ਵਿੱਚ, ਤਾਂ ਹੀ ਤੁਹਾਡੇ ਜਿਹੜਾ 5 ਨੰਬਰ ਦਾ ਕੁਐਸਚਨ ਕਵਰ ਹੁੰਦਾ ਹੈ। ਸਰ ਸੇਕਟਰ ਰਾਜਵਰ ਸਰ ਕਿਹੜਾ ਪੈਰਾ 7.56 ਦੇ 730 730 ਦੇ ਸਕਦੇ ਹਾਂ। 730 ਆ ਸਰ। ठीक है जी, नेक्स्ट ਅੱਗੇ ਕੁਐਸਚਨ ਹੈਗਾ ਜੀ, ਪੇਪਰ ਹੈਗਾ 2018 ਦਾ ਹੈਗਾ ਸਾਡੇ ਕੋਲੇ। ਰਾਈਟ ਏ ਸ਼ਾਰਟ ਨੋਟ ਔਨ ਦਾ ਈਚ ਆਫ ਦਾ ਫੋਲੋਇੰਗ। ਸੱਜਣ ਨਸਬ, ਸੱਜਣ ਨਸਬ ਮਾਲਕਾਨ, ਰੋਜ਼ਨਾਮਾ ਵਾਕਿਆਤੀ,
ਮਸਾਵੀ ਐਂਡ ਸਜਰਾ ਕੇ ਲੱਠਾ ਮੋਡ ਆਫ ਪਾਰਟੀਸ਼ਨ ਤੇ ਗੈਰ ਮਜ਼ਰੂਆ ਲੈਂਡ। ਇਹ 2-2 ਨੰਬਰ ਦੀਆਂ ਜੀ 5 ਡੈਫੀਨੇਸ਼ਨਾਂ ਨੇ, 2-2 ਨੰਬਰ ਦੀਆਂ 5 ਡੈਫੀਨੇਸ਼ਨਾਂ ਨੇ। ਸੱਜਰਾ ਨਸਬ ਕਿੱਥੋਂ ਲਿਖੋਗੇ ਜੀ? ਸੱਜਰਾ ਨਸਬ ਰਿਕਾਰਡ ਦਾ ਪਾਰਟ ਹੈ, ਜਮਨ ਦਾ ਪਾਰਟ ਹੈ ਜੀ। सर हाँ लैंड कोड मैनुअल जी, है जी, लैंड कोड मैनुअल का 7.66 सर। ठीक है। ਬਿਲਕੁਲ ਰੋਜ਼ਾਨਾ ਵਾਕਿਆਤੀ ਇਹ ਸ਼ੁਰੂ ਦੇ ਵਿੱਚ ਹੀ ਆ ਜਾਂਦਾ ਜੀ। ਪਟਵਾਰੀ ਦੇ ਜਿਹੜੇ ਹੈਗੇ ਆ ਰਿਕਾਰਡਾਂ ਬਾਰੇ 3.80 3.80 ਮਸਾਵੀ ਐਂਡ ਸਜਰਾ ਲੱਠਾ। सर ਰੋਜ਼ਾਨਾ ਵਾਕਿਆਤੀ 3.80 ਲਿਖ ਦੇਣਾ ਆਪਾਂ ਨੇ, ਤੇ ਮਸਾਵੀ ਤੇ ਸਜਰਾ ਲੱਠਾ। ਮਸਾਵੀ ਕਿੱਥੋਂ ਲਿਖੋਗੇ ਜੀ? सर 3.80 ਤਾਂ ਰੋਜ਼ਾਨਾ ਬਾਰੇ ਹੋਏਗਾ, ਮਸਾਵੀ ਬਾਰੇ ਹਾਂਜੀ। ਕਿਹੜਾ ਪੈਰਾ ਲਿਖੋਗੇ ਜੀ ਮਸਾਵੀ ਲਈ? ਦੇਖੋ ਮਸਾਵੀ ਬਣਦੀ ਤਾਂ ਉਹਦੇ ਵਿੱਚ ਹੀ ਹੈ ਜਦੋਂ ਪੈਮਾਇਸ਼ ਹੁੰਦੀ ਹੈ। ਹਾਂਜੀ ਸਰਵੇ ਵਿੱਚ ਹੀ ਆਉਣਾ ਜੀ। ਹਾਂਜੀ ਸਰਵੇ ਵਿੱਚ ਹੀ ਹੁੰਦਾ ਨਾ ਜੀ, ਰਿਕਾਰਡ ਆਫ 4.48 responsibility of पटवारी for the custody of maps etc. ये भी कवर हो सकता है कि नहीं? मैप ਇਹ ਗਰੁੱਪ ਮੈਪ ਬਾਰੇ ਸਰ ਤਾਂ ਹੈਗਾ ਆ 4.38 ਆ ਮਸਾਵੀ ਬਾਰੇ ਅਸਲ ਵਿੱਚ ਸਰਵੇ ਮੈਪ ਜਿਹੜੇ ਹੈਗੇ ਉਹ ਤਾਂ ਦੱਸਿਆ। ਆਪਾਂ ਕਾਫੀ ਡਿਟੇਲ ਚ ਪੜਿਆ ਸੀਗਾ, ਕਿਹੜੇ ਚੈਪਟਰ ਚ ਪੜਿਆ ਸੀ ਹੁਣ ਪਿੱਛੇ ਜੇ? ਮਸਾਵੀ ਤਿੰਨ ਤਰ੍ਹਾਂ ਦੀ ਮਸਾਵੀ ਬਣਦੀ ਹੈ ਕਿ ਮੈਂ ਸੈਟਲਮੈਂਟ ਚ ਪੜਿਆ ਸੀ ਸ਼ਾਇਦ। ਸੈਟਲਮੈਂਟ ਮੈਨੂਅਲ ਚ ਸਰ ਮਸਾਵੀ ਦਾ ਸਟੈਂਡਿੰਗ ਤਾਂ ਨਹੀਂ, ਸਟੈਂਡਿੰਗ ਆਰਡਰ ਚ ਮਸਾਵੀ ਤਾਂ ਮਸਾਵ ਦਾ ਹੀ ਉਹ ਤੋਂ ਡੈਫੀਨੇਸ਼ਨ ਤੇ ਉਹ ਤਾਂ ਫਿਰ 2 ਨੰਬਰ ਚੈਪਟਰ ਆਇਆ, ਪੇਪਰ ਆਇਆ ਨਾ ਜੀ। ਇੱਕ ਮਸਾਵੀ ਬਾਰੇ ਪੁੱਛਿਆ ਸਰ, ਹੋਰ ਕੀ ਸੀ? ਸੈਕੰਡ ਕੀ ਸੀਗਾ? ਮਸਾਵੀ ਐਂਡ ਸਜਰਾ ਲੱਠਾ। ਸਜਰਾ ਲੱਠਾ ਚਲੋ ਲਿਖ ਦੋ ਕੋਈ ਵੀ, ਆਪਾਂ ਨੂੰ ਪਤਾ ਤਾਂ ਹੈਗਾ, ਪੜਿਆ ਵੀ ਹੈਗਾ ਸਾਰਾ ਇਹ।
ਠੀਕ ਹੈ, ਕਿਹੜੇ ਨਾਲ ਇਹਦੇ ਵਿੱਚ ਹੀ ਆਊਗਾ ਇਹ। ਹਾਂਜੀ, ਇਸ ਪੇਪਰ ਨਾਲ ਸੰਬੰਧਤ ਹੈ ਨਹੀਂ ਨਾ ਜੀ। ਕੋਈ ਗੱਲ ਨਹੀਂ, ਨਾ ਹੋਵੇ ਤਾਂ ਫਿਰ ਆਪਾਂ ਲਿਖ ਦੋ ਇੱਥੋਂ ਬੁੱਕ ਦੇ ਵਿੱਚੋਂ, ਆਪਾਂ ਜਿਹੜਾ ਸਰਵੇ ਹੈਗਾ ਸਰਵੇ ਕਰਕੇ ਸਾਰਾ ਕੁਝ ਬਣਾਉਂਦੇ ਆ। 4.15 ਦੀ ਹਾਂਜੀ 4.15 ਸਰਵੇ ਨੰਬਰ 13 ਸਰਵੇ ਇੰਪਲੀਮੈਂਟਸ ਨੇ ਤਾਂ ਮੈਪਿੰਗ ਪੇਪਰ instructions as to the survey implements and mapping paper will be found 4.30 chapter number 3 hilly area। settlements ये देखो ना, पार्ट डी की है प्रोसीजर फॉर करेक्शन ऑफ फील्ड मैप्स इन द इंटरवल बिटवीन टू सेटलमेंट्स। sections regarding है जी 4.3 method of preparation of Tatima Shajara based on permanent changes। 4.3 ਇਹਦੇ ਵਿੱਚ ਹੀ ਕਵਰ ਹੋਏਗਾ ਜੀ ਸਾਰਾ ਇਹ। ਰਿਨੂਅਲ ਆਫ ਪਟਵਾਰੀ ਕਾਪੀਜ਼ ਆਫ ਸਜਰਾ ਕਿਸ਼ਤਵਾੜ ਸਰ ਮੁਸਾਵੀ 4.17 ਇਹ ਤਾਂ ਉਹ ਹੈ ਨਾ, ਜਿਹੜੇ ਰਿਵਰੀਅਨ ਖੇਤ ਹੁੰਦੇ ਆ, ਰਿਵਰੀਅਨ ਪਿੰਡ ਹੁੰਦੇ ਜਿਹੜੇ ਦਰਿਆਈ ਪਿੰਡ ਵਾਲੇ, ਉੱਥੇ ਮੁਸਾਵੀ ਬਣਦੀ ਹੈ, ਅਮੈਂਡਮੈਂਟ ਹੁੰਦੀ ਹੈ, ਜਿਹੜੇ ਦਰਿਆ ਨਾਲ ਉਹ ਹੋ ਜਾਂਦੇ ਨੇ ਪਿੰਡ ਰੁੜ ਜਾਂਦੇ ਆ, ਉਹਨਾਂ ਦੇ ਬਾਰੇ ਸਾਰਾ ਇਹ। ਇਹ ਆਏਗਾ ਦੇਖੋ ਜੀ, ਇਹਦੇ ਵਿੱਚ ਹੀ ਸਰਵੇ ਦੇ ਵਿੱਚ ਹੀ ਆਏਗਾ ਸਰਵੇ ਨੰਬਰ। ਸਰਵੇ ਨੰਬਰ ਜੀ ਨਹੀਂ ਸਰਵੇ ਨੰਬਰ ਤਾਂ ਕੀ ਗੱਲ ਆ ਗਈ। ਅਭੀ ਤੋਂ ਆ ਜਾਣੀ ਹੈ ਜੀ। ਹਾਂਜੀ ਅੱਗੇ ਦੂਜੀ ਕੀ ਹੈ ਜੀ ਓਕੇ। ਦੈਨ ਹੈਗਾ ਆਪਣਾ ਅੱਗੇ ਮੋਡ ਆਫ ਪਾਰਟੀਸ਼ਨ। ਲੈਂਡ ਰੈਵਨਿਊ ਐਕਟ 111 ਜੀ। ਬਿਲਕੁਲ ਠੀਕ ਹੈ। ਜਾਂ 18.10 ਵੀ ਲਿਖ ਸਕਦੇ ਹੋ, ਲੈਂਡ ਰੈਵਨਿਊ ਐਕਟ ਦਾ ਪੈਰਾ 111 ਵੀ ਲਿਖ ਸਕਦੇ ਹੋ। ਗੈਰ ਮਜਰੂਆ ਲੈਂਡ ਜੀ, ਇਹ ਤੁਸੀਂ ਗਰਦੌਰੀ ਚੋਂ ਲਿਖ ਦਿਓ 9 ਨੰਬਰ ਚੈਪਟਰ ਦੇ ਵਿੱਚੋਂ। ਠੀਕ ਹੈ ਜੀ, ਗੈਰ ਮਜਰੂਆ ਲੈਂਡ ਪੈਰਾ ਨੰਬਰ 9 ਚੋਂ ਲੈ। ਨੈਕਸਟ ਆ ਗਿਆ 2 ਨੰਬਰ ਤੇ ਜ਼ਿਆਦਾ ਟਾਈਮ ਖਰਾਬ ਨਹੀਂ ਕਰਨਾ ਜੀ ਆਪਣਾ। 2 ਨੰਬਰਾਂ ਵਾਸਤੇ ਜਿੱਥੋਂ ਮਰਜ਼ੀ ਲਿਖ ਦਿਓ ਇਸ ਨੂੰ, ਸਾਰਾ ਇਹਦੇ ਰੈਲੀਵੈਂਟ, ਸਾਰਾ ਚੈਪਟਰ ਰੈਲੀਵੈਂਟ ਹੈਗਾ। ਜਿੱਥੇ ਬਸ ਜਿਹੜਾ ਦੋ ਇੱਥੇ ਲਿਖਿਆ ਵੀ ਇਸ ਨੇ ਇੱਕ ਬੰਦੋਬਸਤ ਹੋਇਆ ਕਿ ਦੋ ਬੰਦੋਬਸਤਾਂ ਦੇ ਵਿਚਕਾਰ ਤੁਸੀਂ ਜਿਹੜਾ ਮਸਾਵੀ ਹੈਗੀ ਹੈ ਉਹਨੂੰ ਕਿਵੇਂ ਰੱਖੋਗੇ, ਮੇਨਟੇਨ ਰੱਖੋਗੇ। ਠੀਕ ਹੈ, ਚੱਕ ਕੇ ਉਹਦੇ ਚੋਂ ਲਿਖ ਦਿਓ। ਆਪਾਂ ਪੜ੍ਹਿਆ ਸੀਗਾ, ਉਹ ਕਿੱਥੇ ਪੜ੍ਹਿਆ ਸੀਗਾ, ਤਿੰਨ ਮਸਾਵੀਆਂ ਤਿਆਰ ਹੁੰਦੀਆਂ ਨੇ, 3 ਮਸਾਵੀਆਂ ਤਿਆਰ ਹੁੰਦੀਆਂ ਨੇ। ਉਹ ਤਾਂ ਸੈਟਲਮੈਂਟ 'ਚ ਆ ਗਿਆ ਸੀ ਸ਼ਾਇਦ, ਅੰਤਕਾ ਦੇ ਵਿੱਚ, ਅੰਤਕਾ 7 ਦੇ ਵਿੱਚ ਸੀਗਾ। ਚਲ ਦੈਨ ਅੱਗੇ ਫਰਦਰ ਚਲਦੇ ਹਾਂ ਜੀ। ਵੈਨ ਐਨ ਆਰਡਰ ਕੰਟਰੇਰੀ ਟੂ ਦਾ ਓਰੀਜਨਲ ਆਰਡਰ of a mutation is passed, when an order contrary to the original order of a mutation is passed after 15th June of how this mutation is given effect in the preparation of Jamabandi। ਜੋ ਅਸਲ ਆਰਡਰ ਸੀ ਉਹਦੇ ਖਿਲਾਫ ਕੋਈ ਆਰਡਰ ਦੇ ਵਿੱਚ ਪਾਸ ਹੋ ਜਾਂਦਾ ਹੈ ਆਫਟਰ 15 ਜੂਨ।
ਬੰਦੋਬਸਤ ਵਾਲਾ ਕਿਹੜਾ ਪੁੱਛਿਆ ਸੀਗਾ ਜੀ? ਹਾਂਜੀ, ਦੋ ਬੰਦੋਬਸਤ ਵਾਲਾ ਕਿਹੜਾ ਸੀਗਾ ਜੀ? ਉਹ ਤਾਂ ਮੈਂ ਉਹਦੀ ਗੱਲ ਕਰਦਾ ਸੀਗਾ, ਮਸਾਵੀ ਤੇ ਸੱਜਰੇ ਦੀ, ਦੋ ਬੰਦੋਬਸਤਾਂ ਦੇ ਵਿਚਕਾਰ ਕੋਈ ਆਪਾਂ ਮਸਾਵੀ ਨੂੰ ਮੇਨਟੇਨ ਕਿਵੇਂ ਕਰਦੇ ਆ, ਉੱਥੋਂ ਵੀ ਆਪਾਂ ਲਿਖ ਸਕਦੇ ਆ ਮਸਾਵੀ ਦੇ ਬਾਰੇ, ਸੱਜਰੇ ਦੇ ਬਾਰੇ। 4.18 ਵੀ ਹੈਗਾ ਜੀ? ਹਾਂਜੀ, 4.18 ਵੀ ਲੈਂਡ ਰੈਵਨਿਊ ਲੈਂਡ ਫॉर ਮੈਨੂਅਲ ਹੁੰਦਾ ਜੀ। ਰਿਸਪੌਂਸਿਬਿਲਿਟੀ ਆਫ ਰੈਵਨਿਊ ਆਫਿਸਰ ਫॉर द करेक्टनेस ऑफ द पटवारी सर्वे, ਤਾਂ ਉਹ ਹੈਗਾ। ਜਾਂ ਇੰਸਟਰਕਸ਼ਨਸ ਰਿਗਾਰਡਿੰਗ ਦ ਇਨਕਾਰਪੋਰੇਸ਼ਨ ਆਫ ਫੀਲਡ ਮੈਪ ਚੇਂਜਸ, ਇਹ ਤਾਂ ਉਹ ਹੈਗੀਆਂ ਨੇ। ਮੇਰੇ ਕਹਿਣਾ ਮਤਲਬ ਆਪਾਂ ਇੱਥੋਂ ਲਿਖ ਸਕਦੇ ਹਾਂ ਉਹਦੇ ਵਿੱਚ 2 ਨੰਬਰਾਂ ਦੇ ਕੁਐਸਚਨ ਨੂੰ, ਜ਼ਿਆਦਾ ਟਾਈਮ ਨਹੀਂ ਵੇਸਟ ਕਰਨਾ, ਜਿਹੜਾ ਮਰਜ਼ੀ ਉਹ ਲਿਖ ਦਿਓ, ਰੈਫਰੈਂਸ ਜਿਹੜਾ ਮਰਜ਼ੀ ਲਿਖ ਦਿਓ, ਕੋਈ ਗੱਲ ਨਹੀਂ ਇਹਦੇ ਵਿੱਚ। ਆਪਾਂ ਹੁਣ ਕੁਐਸਚਨ ਆਪਣੇ ਸਾਹਮਣੇ ਹੈਗਾ ਜੀ, when an order contrary to the original order of a mutation, ਜਦੋਂ ਅਸਲ ਆਰਡਰ ਦੇ ਖਿਲਾਫ ਕੋਈ ਆਰਡਰ ਪਾਸ ਹੋ ਜਾਂਦਾ ਹੈ ਰੈਵਨਿਊ ਆਫੀਸਰ ਤੋਂ, is passed after 15th June of, ਤਾਂ ਫਿਰ ਜਦੋਂ ਅਸੀਂ ਜਮ੍ਹਾਂਬੰਦੀ 'ਚ ਅਮਲ ਕਰਨਾ ਹੈ, how this mutation is given effect in the preparation of the ਜਮ੍ਹਾਂਬੰਦੀ। 7.56 ਕੀ ਕਹਿੰਦਾ ਜੀ ਦੱਸੋ? 7.56 ਕੀ ਕਹਿੰਦਾ ਪੈਰਾ ਜੀ? ਇਹ 7.56 ਦੇ ਨਾਲ ਰੈਲੀਵੈਂਟ ਹੈ ਜੀ ਕੁਐਸਚਨ। ਸੱਤ ਪੁਆਇੰਟ 61 ਦੇ ਵਿੱਚ ਫੁੱਟਨੋਟ ਰਾਹੀਂ ਦਰੁਸਤੀ ਨਹੀਂ ਹੋਣੀ ਸਰ, ਉਹੀ ਆਊਗਾ 7.61। ਇੰਤਕਾਲ ਦੇ ਮਨਜ਼ੂਰ ਹੋਣ ਤੋਂ ਬਾਅਦ ਜਮ੍ਹਾਂ ਕੇ ਪਾਸ ਲਾਇਆ ਜਾਣਾ। ਕਾਰਡ ਦਾ ਤਸਵੀਰ ਵਿੱਚ ਜਮ੍ਹਾਂਬੰਦੀ ਦਾ ਦਾਖਲਾ। ਮੇਰੇ ਖਿਆਲ ਤਾਂ ਇਹ ਕੁਐਸਚਨ ਲਿਖਣ ਦਾ ਕੋਈ ਤਰੀਕਾ ਹੋਰ ਤਰ੍ਹਾਂ ਦਾ ਲੱਗਦਾ ਹੈ। ਅਸਲ ਤਾਂ ਇਹ ਹੈਗਾ ਵੀ ਇਹ ਜਦੋਂ ਅਸੀਂ ਜਮ੍ਹਾਂਬੰਦੀ ਦਾਖਲ ਕਰਾਉਂਦੇ ਆ, ਜਦੋਂ ਅਸੀਂ ਅਸਲ ਆਰਡਰ ਦੇ ਵਿੱਚ ਦੀ ਥਾਂ ਤੇ ਜਿਹੜਾ ਆਰਡਰ ਹੈ, ਆਰਡਰ ਦੇ ਵਿੱਚ ਕੋਈ ਨਾ ਕੋਈ ਜਿਹੜੀ ਮਿਸਟੇਕ ਰਹਿ ਜਾਂਦੀ ਹੈ, ਜਿੱਥੇ ਅਸੀਂ ਫੁੱਟ ਲਾਲ ਸ਼ੀਟ ਦੇ ਨਾਲ ਫੁੱਟਨੋਟ ਦੇ ਕੇ ਐਕਸ਼ਨ ਕਰਦੇ ਆ। ਫੁੱਟਨੋਟ ਵਾਲਾ ਹੀ ਆਉਣਾ ਸਰ ਇਹ 7.56 ਜੀ ਹੋਊਗਾ ਕਿ 61 ਜਾਏਗਾ ਇਹ? ਕਿੰਨੇ ਚ ਸਰ? 756 ਜਾਏਗਾ ਜਾਂ 61 ਜਾਏਗਾ? ਫੁੱਟਨੋਟ 756 ਜਾਏਗਾ 761 ਜਾਏ ਜੀ, ਦੱਸੋ? ਜਾਣਾ ਸਰ। ਹਾਂਜੀ, 50 ਦੇਖ ਲਓ 756 ਮੇਰੇ ਖਿਆਲ ਹੈ ਵੀ mutation occurring up to 15th June to be incorporated in the ਜਮ੍ਹਾਂਬੰਦੀ ਸਰਕੂਲਰ ਸਟੈਂਡਿੰਗ ਆਰਡਰ 30 ਚ ਵੀ ਹੈਗਾ ਸ਼ਾਇਦ। ਇਹ ਸਟੈਂਡਿੰਗ ਆਰਡਰ ਦੇ ਵਿੱਚ ਹੀ ਹੋਏਗਾ, 30 ਨੰਬਰ ਦੇ ਵਿੱਚ ਸਟੈਂਡਿੰਗ ਆਰਡਰ ਨੰਬਰ 30 ਚ ਵੀ ਹੋਏਗਾ। ਤਹਿਸੀਲਦਾਰ ਐਂਡ ਨਹਿਸੀਲਦਾਰ must without neglecting record work in other villages pay special attention to the states for which new details ਜਮ੍ਹਾਂਬੰਦੀ are to be drawn up. All the mutations upon which final orders have been passed, ਇੱਥੇ ਕਿਤੇ ਕਰੈਕਸ਼ਨ ਵਾਲੇ ਲਿਖਿਆ ਇਹਦੇ ਵਿੱਚ, ਜੇ ਕਿਤੇ ਇੰਤਕਾਲ ਗਲਤ ਹੋ ਜਾਵੇ। ਜਮਾ ਇੰਤਕਾਲਾਂ ਦੀ ਪੜਤਾਲ ਕਰਦੇ ਦਫ਼ਤਰ ਕਾਨੂੰਨ ਕੋ ਬ੍ਰਾਂਚ ਦੇ ਵਿੱਚੋਂ ਕਢਾ ਕੇ 761 ਕਰਦਾ ਗਰਦਾਵਰ ਉਸਲੇ ਫੁੱਟਨੋਟ ਰਾਹੀਂ ਦਰੁਸਤੀਆਂ ਕਰਾਉਂਦਾ ਪਟਵਾਰੀ ਦੀ। ਫੁੱਟਨੋਟ ਬਾਰੇ ਕਿਹੜੇ ਪੇੜੇ 'ਚ ਲਿਖਿਆ ਹੋਇਆ ਹੈ? 761 ਹੈਗਾ? ਹਾਂ ਇਹ ਹੈਗਾ ਹਾਂਜੀ, ਫਾਈਲਿੰਗ ਆਫ ਜਮ੍ਹਾਂਬੰਦੀ ਨਾ ਤਹਿਸੀਲ ਤਾਂ ਪਲੀਜ਼ 7 ਹੋ ਸਕਦਾ ਹੈ, ਕਿਉਂਕਿ ਇਹ 15 ਜੂਨ ਤੋਂ ਬਾਅਦ ਦੀ ਗੱਲ ਕਹਿੰਦੇ ਜਦੋਂ ਅਪੀਲ ਦੇ ਵਿੱਚ ਕੋਈ ਆਰਡਰ ਗਿਆ ਹੈਗਾ, ਕੇਸ ਅਪੀਲ 'ਚ ਗਿਆ, ਬਟ ਇਹ ਕਿ 15 ਜੂਨ ਤੋਂ ਬਾਅਦ ਉਹ ਜਿਹੜਾ ਹੈਗਾ ਕੰਜਾਈਨ ਹੋ ਕੇ ਅਪੀਲ ਦੇ ਵਿੱਚ ਵਾਪਸ ਆਇਆ। ਨਹੀਂ 15 ਜੂਨ ਤਾਂ ਹੀ ਅਮਲ ਕਰਨਾ ਹੁੰਦਾ ਨਾ ਅਸੀਂ, ਜਿਹੜੀ 15 ਜੂਨ ਤੋਂ ਸ਼ੁਰੂ ਕਰਦੇ 16 ਜੂਨ ਤੋਂ ਜਮ੍ਹਾਂਬੰਦੀ ਬਣਾਉਣੀ, ਉਹਦੇ ਵਿੱਚ ਦਰੁਸਤੀਆਂ ਆ, ਜਮ੍ਹਾਂਬੰਦੀ ਅਗਲੀ ਬਣ ਜਾਂਦੀ ਨਾ, ਉਹ ਪਿੱਛੇ ਰਹਿ ਜਾਂਦਾ 15 ਜੂਨ, ਜੇ ਤਾਂ ਹੀ ਅਮਲ ਕਰਦੇ ਹੁੰਦੇ ਆਫਟਰ 15 ਜਿਹੜੇ ਨਾ। ਹਾਂਜੀ ਹਾਂਜੀ ਬਿਲਕੁਲ, ਜਿਸ ਵੇਲੇ ਅਸੀਂ ਜਮ੍ਹਾਂਬੰਦੀ ਬਣਾਉਂਦੇ ਉਹ ਸਾਲ ਖਤਮ ਹੋਣ ਤੋਂ ਬਾਅਦ ਸ਼ੁਰੂ ਕਰਦੇ, ਇੰਤਕਾਲ ਪਿੱਛੇ ਰਹਿ ਜਾਂਦੇ ਆ, ਇੰਤਕਾਲਾਂ ਦੀ ਗੱਲ ਹੋ ਗਈ ਇਹ ਗੱਲ। 7 ਪੋਸੀਬਲ
appeal order ਜਿਹੜਾ ਹੈ ਇਹ ਕੁਐਸਚਨ ਸੀਗਾ ਸਰ 7 ਦੇ 63 ਚ ਲਿਖਿਆ when an order contrary to the original order। ਦੇਖੋ ਪਤਾ ਕੀ ਹੈ, ਇਹ ਪਤਾ ਕੀ ਕਹਿਣਾ, ਥੋੜਾ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਕੋਈ ਆਰਡਰ ਪਾਸ ਕਰਤਾ ਇੰਤਕਾਲ ਦੇ ਉੱਪਰ, ਠੀਕ ਹੈ, original order ਕਹਾਂਗੇ ਅਸੀਂ ਉਸ ਨੂੰ। original order ਦਾ ਉਹ ਹੈ ਜਿਹੜਾ ਅਸੀਂ ਪਾਸ ਕਰ ਦਿੱਤਾ। when an order contrary to the original order of a mutation is passed after 15 ਜੂਨ of ਇਹਨੇ ਵਰਡ ਕੀ ਲਿਖਿਆ ਮੈਨੂੰ ਪੜ੍ਹ ਨਹੀਂ ਹੁੰਦਾ, concordial year यानी की वर्ड है him। how this mutation is given effect in the preparation of ਜਮਾਬੰਦੀ। ਇਹ ਕਹਿੰਦਾ ਵੀ ਮਤਲਬ ਕਿ ਇੰਤਕਾਲ ਪਹਿਲਾਂ ਤੁਸੀਂ ਮਨਜ਼ੂਰ ਕਰਤਾ ਸੀਗਾ, ਬਾਅਦ ਵਿੱਚ ਉਹ ਜਿਹੜਾ ਤੁਹਾਡਾ ਆਰਡਰ ਹੈ ਚੇਂਜ ਹੋ ਗਿਆ। ਚੇਂਜ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੈ, ਮੇ ਵੀ ਉਹ ਚੇਂਜ ਹੋ ਗਿਆ ਹੋਵੇ ਕਿਸੇ ਅਪੀਲੈਂਟ ਕੋਰਟ 'ਚ ਹੋ ਗਿਆ ਹੋਵੇ, ਠੀਕ ਹੈ, ਤਾਂ ਤੁਸੀਂ ਤੁਹਾਡੇ ਆਰਡਰ 'ਚ ਚੇਂਜ ਹੋ ਗਈ ਤੇ ਇਹ ਆਈ ਥਿੰਕ ਇਟ ਵਿਲ ਰੈਲੀਵੈਂਟ ਸੈਕਸ਼ਨ 7.3 63 7 ਨਾਲ ਇਹ ਰੈਲੀਵੈਂਟ ਆਏਗਾ, ਕਿਉਂਕਿ ਇਹਦੇ ਵਿੱਚ ਹੈ 7.6 ਚ ਵੀ ਹੈ। ਨਹੀਂ 7.6 ਚ ਨਹੀਂ ਕਵਰ ਹੁੰਦਾ, ਇਹ ਕਵਰ ਹੋਏਗਾ 7.63 ਦੇ ਵਿੱਚ। ਤੁਹਾਡੇ ਆਰਡਰ ਨੂੰ ਕਿਸੇ ਆਰਡਰ ਤੁਹਾਡੇ ਆਰਡਰ ਦੇ ਵਿੱਚ ਅਮੈਂਡਮੈਂਟ ਹੋ ਗਈ ਕਿਸੇ ਅਪੀਲੈਂਟ ਆਰਡਰ ਦੇ ਰਾਹੀਂ, ਅਸਲ ਆਰਡਰ ਬਦਲ ਗਿਆ। ਅਸਲ ਆਰਡਰ ਜਦੋਂ ਬਦਲ ਗਿਆ ਤਾਂ ਅਸੀਂ ਜਿਹੜਾ ਹੈਗਾ ਆਰਡਰ ਲਿਖਵਾਉਂਦੇ ਆ, ਜਿਵੇਂ ਅੱਗੇ ਦਫ਼ਤਰਖਾਨਾ ਕੋਲ ਤੋਂ ਲਿਖਾਉਂਦੇ ਆ ਅਸੀਂ, ਸਾਡੇ ਕੋਲ ਮਿਸਲ ਆ ਜਾਂਦੀ ਹੈ, ਮਿਸਲ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਆਰਡਰ ਦੇ ਉੱਪਰ ਆਰਡਰ ਲਿਖਵਾ ਲੈਂਦੇ ਆ ਤੇ ਸਾਡਾ ਜਿਹੜਾ ਅਸਲ ਆਰਡਰ ਹੈ ਚੇਂਜ ਹੋ ਗਿਆ। ਮੰਨ ਲਓ ਚਾਰ ਫੈਮਿਲੀ ਮੈਂਬਰ ਦੇ ਉਹਦੇ ਇੰਤਕਾਲ ਹੋਇਆ ਸੀ, ਮਨਜ਼ੂਰ ਅਸੀਂ ਕੀਤਾ ਸੀਗਾ, ਠੀਕ ਹੈ, ਫਿਰ ਉਹ 15 ਜੂਨ ਤੋਂ ਪਹਿਲਾਂ ਇੰਤਕਾਲ ਮਨਜ਼ੂਰ ਹੋਇਆ ਸੀਗਾ 4 ਫੈਮਿਲੀ ਮੈਂਬਰਾਂ ਦੇ ਨਾਮ ਤੇ। 15 ਜੂਨ ਤੋਂ ਬਾਅਦ ਆ ਕੇ ਉਸੇ ਇੰਤਕਾਲ ਦੇ ਵਿੱਚ ਜਿਹੜਾ ਹੈਗਾ ਆਰਡਰ ਦੇ ਵਿੱਚ ਤਬਦੀਲੀ ਆ ਗਈ, ਉਹ 2 ਦਿਨਾਂ ਤੇ ਮਨਜ਼ੂਰ ਹੋ ਗਿਆ। ਉਹਨੂੰ ਇੰਪਲੀਮੈਂਟ ਕਿਵੇਂ ਕਰਨਾ ਹੈ, ਇਹਦਾ ਕੁਐਸਚਨ ਦਾ ਆਨਸਰ ਮਤਲਬ ਇਹ ਹੈਗਾ। ਉੱਥੇ ਅਸੀਂ ਇੰਤਕਾਲ ਦੇ ਉੱਪਰ ਅਸੀਂ ਨੋਟ ਜਿਹੜਾ 15 ਜੂਨ ਤੋਂ ਬਾਅਦ ਹੋ ਗਿਆ ਨਾ, ਹਾਂ ਇਹੀ ਕੁਐਸਚਨ ਹੈ ਨਾ। ਸਾਡਾ ਜਿਹੜਾ ਅਸਲ ਆਰਡਰ ਹੈ ਉਹ ਪਹਿਲਾਂ ਹੋ ਚੁੱਕਿਆ, 15 ਜੂਨ ਤੋਂ ਪਹਿਲਾਂ ਸਾਡਾ ਓਰੀਜਨਲ ਆਰਡਰ ਸਾਡਾ ਪਹਿਲਾਂ ਤੋਂ ਹੈ। ਸਰ ਇੰਪਲੀਮੈਂਟ ਵੀ ਜਦ ਜਮਾਬੰਦੀ ਦੀ ਤਿਆਰੀ ਹੋ ਚੁੱਕਿਆ ਸਰ 70 ਹੀ ਆਏਗਾ ਜੀ, 7 ਆਏਗਾ ਜੀ। ਹਾਂ ਅਗਲੇ ਜਦੋਂ ਬਸਤੇ ਦੇ ਵਿੱਚ ਸਰ ਇਸ ਤਰ੍ਹਾਂ ਹੈ ਜੀ, ਜਦੋਂ ਬਸਤੇ ਦੇ ਵਿੱਚ ਉਹ ਆ ਗਿਆ ਨਾ ਕੰਜਾਈਨ ਹੋ ਕੇ, ਤਾਂ ਉਹਦਾ ਅਸੀਂ ਅਮਲ ਕਰਨਾ ਹੈ। ਅਮਲ ਕਰਨ ਵੇਲੇ ਪਰ ਸਾਡੇ ਆਰਡਰ ਚੇਂਜ ਆ ਗਈ, ਓਰੀਜਨਲ ਆਰਡਰ ਤਬਦੀਲ ਹੋ ਗਿਆ, ਠੀਕ ਹੈ। ਚਲੋ ਨੈਕਸਟ ਚੱਲਦੇ ਹਾਂ ਜੀ, ਅੱਗੇ ਚਲਿਏ। what is the procedure for the correction in the mutation before and after attestation, and who is competent for such correction? before 7.5 ਹੁੰਦਾ ਜੀ, after 7.6 ਹੁੰਦਾ ਹੈ। ਜਦੋਂ ਮੁਟੇਸ਼ਨ ਮਨਜ਼ੂਰ ਹੋਣ ਤੋਂ ਪਹਿਲਾਂ ਕੋਈ ਕਰੈਕਸ਼ਨ ਕਰਨੀ ਹੈ ਤਾਂ 7.5 ਕਰਦੇ ਹਾਂ ਅਸੀਂ। what is the procedure for the correction of mutation before and after attestation ਹੋਣ ਤੋਂ ਪਹਿਲਾਂ ਤੇ ਅਟੈਸਟ ਕਰਨ ਤੋਂ ਬਾਅਦ। ਇੰਤਕਾਲ ਮਨਜ਼ੂਰ ਹੋਣ ਤੋਂ ਪਹਿਲਾਂ ਕਰੈਕਸ਼ਨ ਕਰਦੇ ਹਾਂ ਜੀ, ਆਈ ਥਿੰਕ ਪੈਰਾ ਨੰਬਰ 7.5 ਹੈ। ਜੇ ਇੰਤਕਾਲ ਮਨਜ਼ੂਰ ਹੋ ਜਾਵੇ ਤਾਂ ਦੀ ਕੋਈ ਕਰੈਕਸ਼ਨ ਕਰਦੇ ਹਾਂ ਅਸੀਂ, ਤਾਂ ਪੈਰਾ ਨੰਬਰ 7.6 ਹੈ। ਦੇਖੋ ਕੋਈ ਹੋਰ ਤਾਂ ਨਹੀਂ ਕੋਈ, ਹਾਂਜੀ ਠੀਕ ਹੈ। ਇਹ ਤੁਹਾਡਾ ਜਿਹੜਾ ਨੰਬਰ ਹੈਗਾ 5 ਨੰਬਰ ਦਾ ਕੁਐਸਚਨ ਹੈ ਤੇ ਇਸ ਨੂੰ ਡਿਟੇਲ 'ਚ ਲਿਖਣਾ ਹੈ ਜੀ 5 ਨੰਬਰਾਂ ਦੇ ਲਈ। ਨੈਕਸਟ ਆ ਗਿਆ, ਹਾਊ ਏ ਕਲੈਰੀਕਲ ਐਰਰ ਇਜ਼ ਕਰੈਕਟਡ ਇਨ ਖਸਰਾ ਗਿਰਦਾਵਰੀ and when such correction cannot be affected। how a clerical error is corrected in ਖਸਰਾ ਗਿਰਦਾਵਰੀ। ਕਲੈਰੀਕਲ ਐਰਰ ਨੂੰ ਅਸੀਂ ਕਿਵੇਂ ਕਰੈਕਟ ਕਰਦੇ ਹਾਂ ਖਸਰਾ ਗਿਰਦਾਵਰੀ ਦੇ ਵਿੱਚ? ਕਲੈਰੀਕਲ ਐਰਰ ਇਹ ਦੇਖੋ ਆਪਣਾ ਗਰਦੋਰੀ ਨਾਲ ਸੰਬੰਧਿਤ ਹੈਗਾ, ਚੈਪਟਰ 9 ਚ ਪਹੁੰਚਾਂਗੇ ਸਿੱਧੇ ਹੀ ਡਾਇਰੈਕਟਲੀ, ਠੀਕ ਹੈ ਜੀ। ਚੈਪਟਰ 9 ਦੇ ਵਿੱਚੋਂ ਮੇਰੇ ਖਿਆਲ ਸੱਸਾ ਹਵਾ ਕੱਕਾ ਹੈ ਜੋ ਕੁਝ ਹੈਗੇ ਪੁਆਇੰਟ ਦੇ ਜੋ ਆਪਾਂ ਕਰੈਕਸ਼ਨ ਕਰ ਦਿੰਦੇ ਆ। ਰੋਜ਼ਾਨਾ ਤੇ ਰੱਟ ਪਾ ਕੇ ਕਰੈਕਸ਼ਨ ਕਰਦੇ ਆ, ਉਸੇ ਵੇਲੇ ਗਰਦੋਰੀ ਕਰਦੇ ਆਈ ਥਿੰਕ 9.9 ਜੀ 9.9 ਹੈ ਜੀ।
prevention of error in खसरा गिरदावरी रजिस्टर। जी ਅੱਗੇ ਥੱਲੇ ਲਿਖਿਆ ਹੈ, ਫਿਰ ਨਾਲ ਇਹ ਵੀ ਦੇਖੋ ਹੈਗਾ ਕੁਐਸਚਨ ਸੇ ਦਾ ਤੁਹਾਡੇ ਵਨ ਸੱਚ ਕਰੈਕਸ਼ਨ ਕੈਨ ਨਾਟ ਬੀ ਅਫੈਕਟਡ। ਸਰ ਰਿਪੀਟ ਕਰਿਓ ਕੁਐਸਚਨ। ਇਹਦੇ ਵਿੱਚ ਹੀ ਸੀ ਨਾਲ ਹੀ ਲੈਣ ਇਹਦੀ ਹੈ। ਪਹਿਲਾਂ ਤਾਂ ਹੈਗਾ ਸੀ ਹਾਊ a clerical error is corrected in khasa गिरदावरी, then ਨਾਲ ਹੀ and when such correction cannot be affected, ਇਹ ਜਿਹੜੀ correction ਹੈ affect ਕਦੋਂ ਨਹੀਂ ਕਰਦੀ। 1.1D whenever a pari has to correct a typographical or clerical error in any entry once made in khasa गिरदावरी, he may after making a note of such an error in his roznamcha vakyati correct with red ink the error in question. All such entries shall be scrutinized by the Kanno Gohalka. No such correction may however be made. ये आ गया no such correction may however be made after the kacha papers of the harvest have been drawn or corrected. ठीक है जी, यही लिख दोगे। कितने वाला सर? 9.9 लिख के फिर ਜਿਹੜਾ ਦੂਜਾ ਪੁਆਇੰਟ ਹੈ ਉਹ ਚ 9.9 ਦਾ ਡੀ ਲਿਖ ਦਾਂਗੇ। D नेक्स्ट चलते हैं जी। Which revenue record required to be kept in तहसील? तहसील ऑफिस कानोगो, तहसील कानोगो ऑफिस who is in charge of this? है जी, कट हो रही है। मेरी आवाज कट रही है, चेक करिए बेटा। मतलब मैच ਇਹ ਮੈਂ ਕਿਤੇ ਚੱਲ ਰਿਹਾ ਜਰਾ ਬੰਦ ਕਰ ਲਓ। ਜਗਪਾਲ ਸਿੰਘ ਸ਼ਾਇਦ ਕਿਹਦਾ ਮੈਚ ਚੱਲਦਾ ਪਿਆ। which revenue record required to be kept in तहसील office Kanago, who is in charge of this record and under whose direct and general control these are maintained। तो कोई ਤਾਂ ਪਤਾ ਹੈ ਆਪਾਂ ਨੂੰ ਵੀ ਜਿਹੜਾ ਆਫਿਸ ਕਾਨੋਗੋ ਹੁੰਦਾ ਹੈ ਉਹ ਇੰਚਾਰਜ ਹੁੰਦਾ ਹੈ ਰਿਕਾਰਡ ਰੂਮ ਦਾ। ਠੀਕ ਹੈ, which revenue record required to be kept in तहसील, ਕਿਹੜਾ ਕਿਹੜਾ ਰਿਕਾਰਡ ਹੈਗਾ ਜਿਹੜਾ ਤਹਿਸੀਲ ਦੇ ਵਿੱਚ ਜਿਹੜਾ ਰੱਖਿਆ ਜਾਂਦਾ ਹੈ। ਕਿੱਥੋਂ ਲਿਖੋ ਜੀ ਆਨਸਰ ਦਾ? दो पॉइंट 57 ला रही 2.57 ਕਾਨੋਗੋ ਦੇ ਨਾਲ ਸੰਬੰਧਿਤ ਚੈਪਟਰ ਦੇ ਵਿੱਚ रेफरेंस बुक है सर। है जी, रेफरेंस बुक है, रेफरेंस बुक्स नहीं होना ਇਹਦਾ ਉੱਪਰ रेफरेंस बुक्स नहीं होना। 2.57 ਠੀਕ ਹੈ ਇਹਨਾਂ ਦਾ ਕਹਿਣਾ, ਪਰ ਇਹ रेफरेंस बुक्स ਹੈ ਜਿਹੜੀਆਂ ਸਦਰ ਕਾਨੂੰਗੋ ਤੇ ਦਫ਼ਤਰ ਕਾਨੂੰਗੋ ਦੇ ਕੋਲ ਹੁੰਦੀ। ਡਿਊਟੀ ਦਾ ਕਾਨੋਗੋ ਉਹ ਰਿਕਾਰਡ ਨਹੀਂ ਹੋਊਗਾ। ਸਪਲਾਈ ਆਫ ਬੁక్స్ ਰੈਫਰੈਂਸ ਸਪਲਾਈ ਆਫ ਬੁక్స్ ਦੀ